ਗੁਣ ਗਾਵਹਿ ਰਾਮ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਸੋਹੀ ਰਾਗਨੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹਰ ਜਪੇ ਹਰੀ ਨੂੰ ਜਪਣਾ ਕਰੇ। ਹਰ ਮੰਦਰ ਇਹ ਸਰੀਰ ਜਿਹੜਾ ਇਹ ਉਸ ਹਰੀ ਪਰਮਾਤਮਾ ਦਾ ਮੰਦਰ ਹੈ। ਇਸ ਦੀ ਸਾਜਨਾ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤੀ ਹੈ। ਸੰਤ ਭਗਤ ਗੁਣ ਗਾਵੇ ਰਾਮ, ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਉਹ ਭਗਤ ਹੈ ਤੇ ਉਹ ਸੰਤ ਹੈ। ਧੰਨ ਗੁਰੂ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਸਾਨੂੰ ਇਹ ਸਮਝਾਇਆ ਹੈ ਕਿ ਇਹ ਸਰੀਰ ਜਿਹੜਾ ਹਰੀ ਪਰਮਾਤਮਾ ਦਾ ਮੰਦਰ ਹੈ ਤੇ ਇਸ ਸਰੀਰ ਦੇ ਅੰਦਰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ। ਇਸ ਸਰੀਰ ਦੇ ਵਿੱਚੋਂ ਹੀ ਉਸ ਦੀ ਪ੍ਰਾਪਤੀ ਕਰਨੀ ਹੈ। ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨ ਦਾ ਜੋ ਸਾਧਨ ਹੈ ਉਸ ਨੂੰ ਸਾਧਨਾ ਆਖਿਆ ਗਿਆ ਹੈ। ਥੋੜਾ ਵਿਚਾਰਾਂ ਦੇ ਨਾਲ ਆਪਾਂ ਜੁੜਨਾ ਕਰੀਏ ਤਾਂ ਕਿ ਦਾਸ ਬੇਨਤੀ ਕਰਦਾ ਹੁੰਦਾ ਹੈ। ਸ਼ਬਦ ਦੇ ਪ੍ਰਾਰੰਭ ਦੇ ਵਿੱਚ ਭੂਮਿਕਾ ਬੰਨੀ ਜਾਂਦੀ ਹੈ, ਪ੍ਰਣਾਲਿਕਾ ਬੰਨੀ ਜਾਂਦੀ ਹੈ, ਅਲੰਕਾਰ ਬੰਨਿਆ ਜਾਂਦਾ ਹੈ। ਉਹ ਇਸ ਵਾਸਤੇ ਕਿ ਪੂਰੇ ਸ਼ਬਦ ਦੀ ਸਮਝ ਆ ਜਾਵੇ ਵੀ ਗੁਰੂ ਜੀ ਸਾਨੂੰ ਦੱਸਦੇ ਕੀ ਨੇ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਸਰੀਰ ਉਸ ਪਰਮਾਤਮਾ ਨੇ ਆਪਣਾ ਮੰਦਰ ਬਣਾਇਆ ਤੇ ਇਸ ਦੇ ਵਿੱਚ ਆਪ ਦਾ ਵਾਸਾ ਕੀਤਾ ਹੈ। ਉਸ ਦੀ ਪ੍ਰਾਪਤੀ ਇਸ ਸਰੀਰ ਦੇ ਵਿੱਚੋਂ ਹੋਣੀ ਹੈ। ਪ੍ਰਾਪਤੀ ਦੇ ਲਈ ਜੋ ਸਾਧਨ ਅਪਣਾਇਆ ਜਾਂਦਾ ਹੈ ਉਹਨੂੰ ਸਾਧਨਾ ਆਖਿਆ ਜਾਂਦਾ ਹੈ। ਸਾਧਨਾ ਦਾ ਅਰਥ ਹੈ ਸਾਧ ਤੇ ਨੰਨਾ ਅੱਡ ਕਰ ਦਿਓ ਨਾ। ਅਜੇ ਸਾਧ ਨਹੀਂ ਹੋਇਆ। ਐਵੇਂ ਨਾ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ, ਮੂਲ ਮੰਤਰ ਗੁਰ ਮੰਤਰ ਪੜ੍ਹਦਾ ਹੋਵੇ, ਬਾਣੀ ਪੜ੍ਹਦਾ ਹੋਵੇ ਤੇ ਅਸੀਂ ਆਖਦੀ ਹੈ ਬੜਾ ਸਾਧ ਹੈ, ਬੜੀ ਬਾਣੀ ਪੜ੍ਹਦਾ, ਚੰਗਾ ਹੈ। ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਨਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਨਾਮ ਜਪਣਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਬਾਣੀ ਪੜ੍ਹਨੀ ਚਾਹੀਦੀ ਹੈ। ਸਾਧਨਾ ਅਜੇ ਉਹ ਸਾਧ ਨਹੀਂ ਕਰ ਰਿਹਾ, ਸਾਧ ਨਹੀਂ ਹੋਇਆ। ਤੇ ਸਾਧ ਕਦੋਂ ਹੋਏਗਾ? ਜਦੋਂ ਸਾਧਨਾ ਕਰਦਾ ਕਰਦਾ ਇਹ ਮੰਜ਼ਿਲ ਤੇ ਪਹੁੰਚ ਜਾਏਗਾ, ਫਿਰ ਸਾਧ ਹੋ ਜਾਏਗਾ। ਫਿਰ ਇਹਨੂੰ ਸਾਧਨਾ ਕਰਨ ਦੀ ਲੋੜ ਨਹੀਂ, ਫਿਰ ਮਗਰੋਂ ਨੰਨਾ ਕੱਟਿਆ ਜਾਣਾ, ਸਾਧ ਇਕੱਲਾ ਰਹਿ ਜਾਣਾ ਹੈ। ਜਦੋਂ ਸਾਧ ਹੋ ਗਿਆ, ਪੜ੍ਹ ਗਿਆ ਤੇ ਕੁਝ ਬਣ ਗਏ, ਅਜੇ ਪੜ੍ਹ ਰਿਹਾ ਤੇ ਵਿਦਿਆਰਥੀ ਹੈ। ਪੜ੍ਹਨ ਵਾਲੇ ਨੂੰ ਕਦੇ ਮਾਸਟਰ ਨਹੀਂ ਆਖਿਆ ਜਾਂਦਾ, ਪੜ੍ਹਨ ਵਾਲੇ ਨੂੰ ਕਦੇ ਇੰਜੀਨੀਅਰ ਜਾਂ ਡਾਕਟਰ ਨਹੀਂ ਆਖਿਆ ਜਾਂਦਾ। ਉਹ ਇੱਕ ਵਿਦਿਆਰਥੀ ਹੈ, ਭਾਵੇਂ ਕੋਈ ਵੀ ਵਿੱਦਿਆ ਪ੍ਰਾਪਤ ਕਰ ਲੇ। ਉਸ ਤਰ੍ਹਾਂ ਸਾਧਨਾ ਕਰਨ ਵਾਲੇ ਨੂੰ ਸਾਧ ਨਹੀਂ ਆਖਣਾ। ਤੇ ਜਿਹੜਾ ਸਾਧਨਾ ਕਰਦਾ ਹੈ ਉਹਦੀ ਜ਼ਿੰਦਗੀ ਦੇ ਇਸ ਸਾਧਨਾ ਦੇ 3 ਪੜਾਅ ਨੇ। ਮੈਂ ਸੌਖੀ ਕਰਕੇ ਗੱਲ ਸਮਝਾਉਣ ਦਾ ਯਤਨ ਕਰਾਂਗਾ ਤਾਂ ਕਿ ਸਾਨੂੰ ਸਾਰਿਆਂ ਨੂੰ ਗੱਲ ਦੀ ਸਮਝ ਆ ਜਾਵੇ। ਅਜੇ ਸਾਧ ਨਹੀਂ ਹੋਇਆ, ਸਾਧਨਾ ਕਰਦਾ ਹੈ। ਸਾਧਨਾ ਕਰਦੇ ਨੂੰ 3 ਪੜਾਵਾਂ ਦੇ ਵਿੱਚ ਦੀ ਗੁਜ਼ਰਨਾ ਪੈਣਾ ਹੈ। ਪਹਿਲਾ ਪੜਾਅ ਹੈ ਧਾਰਨਾ, ਦੂਜਾ ਪੜਾਅ ਹੈ ਧਿਆਨ ਤੇ ਤੀਜਾ ਪੜਾਅ ਹੈ ਜਿਹੜਾ ਉਹ ਹੈ ਸਮਾਧੀ। ਜਦੋਂ ਸਮਾਧੀ ਲੱਗ ਗਈ, ਸਮਾਧੀ 'ਚ ਲੀਨ ਹੋ ਗਿਆ ਤੇ ਸਾਧ ਹੋ ਗਿਆ। ਧਾਰਨਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਇਹਨਾਂ ਨੇ ਸਾਨੂੰ ਦੱਸਿਆ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਧਾਰਨਾ ਹੈ ਵੀ ਮੈਂ ਇੱਕ ਨਾਮ ਹੀ ਜਪਣਾ ਹੈ। ਜਪੋ ਤਾਂ ਏਕੋ ਨਾਮਾ, ਗੁਰੂ ਜੀ ਰਹਿਮਤ ਕਰਦੇ ਨੇ ਇਹ ਧਾਰਨ ਕਰਨਾ ਹੈ ਵੀ ਮੈਂ ਇੱਕ ਨਾਮ ਜਪਣਾ ਹੈ। ਇਹ ਨਹੀਂ ਵੀ ਅੱਜ ਗੁਰੂ ਘਰ ਆ ਗਿਆ ਹੈ, ਇੱਥੇ ਵਾਹਿਗੁਰੂ ਵਾਹਿਗੁਰੂ ਆਖਣ ਲੱਗ ਗਏ, ਕੱਲ੍ਹ ਨੂੰ ਕਿਸੇ ਮੰਦਿਰ 'ਚ ਚਲਾ ਗਿਆ ਉੱਥੇ ਰਾਮ ਰਾਮ ਆਖਣ ਲੱਗ ਗਿਆ, ਪਰਸੋਂ ਕਿਸੇ ਡੇਰੇ 'ਚ ਗਿਆ ਚਲਾ ਹੈ ਉੱਥੇ ਉਹਨੇ ਆਪਦੀ ਮੱਤ ਨਾਲ ਕੁਝ ਦੱਸ ਦਿੱਤਾ, ਉਹ ਆਖਣ ਲੱਗ ਗਏ। ਇਹ ਨਹੀਂ। ਪੂਰਨ ਗੁਰੂ ਦੀ ਪੂਰਨ ਕਿਰਪਾ ਦਾ ਸਦਕਾ ਪੂਰਨ ਨਾਮ ਦੀ ਪ੍ਰਾਪਤੀ ਜਿਹੜੀ ਹੈ ਇਹ ਹੋ ਜਾਵੇ ਤੇ ਉਸ ਨੂੰ ਆਪਣੇ ਅੰਦਰ ਦ੍ਰਿੜ ਕਰ ਲੈਣਾ ਹੈ। ਇਹ ਧਾਰਨਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜੀਵਨ ਦੇ ਵਿੱਚ ਇਹ ਧਾਰ ਲੈਣਾ ਹੈ ਕਿ ਪ੍ਰਭੂ ਪਰਮਾਤਮਾ ਦਾ ਨਾਮ ਹੀ ਮੈਂ ਜਪਣਾ ਹੈ। ਬਿਨਾਂ ਨਾਮ ਤੋਂ ਜੋ ਵੀ ਮੈਂ ਕਰ ਰਿਹਾ ਨਾ, ਨਿਰਾਫਲ ਕਾਮਾ, ਉਹ ਮੇਰੇ ਸਾਰੇ ਕੰਮ ਨੇ ਜਿਹੜੇ ਉਹ ਬਿਨਾਂ ਫਲ ਤੋਂ ਨੇ, ਉਹਨਾਂ ਦਾ ਮੈਨੂੰ ਕੋਈ ਫਲ ਪ੍ਰਾਪਤ ਨਹੀਂ ਹੋਣਾ। ਹੁਣ ਇੱਥੇ ਇਹ ਵੀ ਨਾ ਸਮਝ ਲਈਏ
ਵੀ ਅਸੀਂ ਨੌਕਰੀਆਂ ਛੱਡ ਦੇਣੀਆਂ ਨੇ, ਖੇਤੀਬਾੜੀ ਛੱਡ ਦੇਣੀ ਹੈ, ਡਿਊਟੀਆਂ ਛੱਡ ਦੇਣੀਆਂ ਨੇ, ਹੋਰ ਆਪਣੀ ਉਪਜੀਵਕਾ ਦੇ ਜਿਹੜੇ ਸਾਧਨ ਨੇ ਉਹ ਛੱਡ ਦੇਣੇ ਨੇ। ਨਹੀਂ, ਇੱਥੇ ਗੁਰੂ ਜੀ ਨੇ ਸਾਨੂੰ ਇਹ ਆਖਿਆ ਵੀ ਜਿਹੜਾ ਕੁਝ ਅਸੀਂ ਹੋਰ ਕਰਦੇ ਹਾਂ ਨਾ, ਉਹ ਆਪਣੀ ਉਪਜੀਵਕਾ ਵਾਸਤੇ ਕਰਦੇ ਹਾਂ, ਉਹ ਧੰਦਾ ਹੈ, ਅਤੇ ਧੰਦੇ ਦੇ ਨਾਲ ਧਨ ਪ੍ਰਾਪਤ ਕਰਦੇ ਹਾਂ। ਧਨ ਪ੍ਰਾਪਤ ਕਰਕੇ ਅਸੀਂ ਆਪਣੀ ਰੋਜੀ ਰੋਟੀ ਕਮਾਉਣੀ ਹੈ। ਇਹ ਨਾ ਹੋਵੇ ਵੀ ਕੇਵਲ ਤੇ ਕੇਵਲ ਰੋਜੀ ਰੋਟੀ ਦੇ ਨਾਲ ਹੀ ਜੁੜ ਜਾਈਏ ਅਤੇ ਅਰਾਧਨਾ ਪ੍ਰਭੂ ਦੀ ਜਿਹੜੀ ਹੈ ਉਹ ਛੱਡ ਦਈਏ, ਕਿਉਂਕਿ ਕਰਦੇ ਤਾਂ ਅਸੀਂ ਇਸ ਤਰ੍ਹਾਂ ਹੀ ਆ ਨਾ। ਅਸੀਂ ਪਰਮਾਤਮਾ ਦੀ ਬੰਦਗੀ, ਵਾਹਿਗੁਰੂ ਦਾ ਸਿਮਰਨ, ਨਾਮ ਜਪਣਾ ਛੱਡ ਦਿੰਦੇ ਹਾਂ ਅਤੇ ਕੇਵਲ ਤੇ ਕੇਵਲ ਲੱਕ ਬੰਨ੍ਹ ਲਿਆ ਰੋਜੀ ਰੋਟੀ ਦੇ ਲਈ। ਬਸ ਉਤਨਾ ਕੁ ਕਮਾ ਲਈਏ ਜਿਤਨੇ ਕੁ ਦੇ ਨਾਲ ਗੁਜ਼ਾਰਾ ਜਿਹਾ ਚੱਲਦਾ ਰਹੇ, ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਰਹਿਣ। ਸਭ ਤੋਂ ਪਹਿਲਾਂ ਜੇ ਜੀਵਨ ਨੂੰ ਸੁਖੀ ਬਣਾਉਣਾ ਤੇ ਆਪਣੀਆਂ ਲੋੜਾਂ ਨੂੰ ਸੀਮਿਤ ਕਰੀਏ। ਲੋੜਾਂ ਸੀਮਿਤ ਹੋਣਗੀਆਂ, ਖਰਚਾ ਸੀਮਿਤ ਹੋ ਜਾਏਗਾ। ਖਰਚਾ ਸੀਮਿਤ ਹੋ ਜਾਏਗਾ ਅਤੇ ਆਮਦਨ ਵੀ ਸਾਨੂੰ ਸੀਮਿਤ ਕਰਨੀ ਪਏਗੀ। ਸੀਮਿਤ ਆਮਦਨ ਦੇ ਲਈ ਕੰਮ ਹੈ ਜਿਹੜਾ ਉਹ ਵੀ ਸੀਮਿਤ ਕਰਨਾ ਪਏਗਾ। ਸੀਮਿਤ ਕੰਮ ਦੇ ਲਈ ਫਿਰ ਸਮਾਂ ਜਿਹੜਾ ਉਹ ਵੀ ਸੀਮਿਤ ਲੱਗੇਗਾ। ਪ੍ਰਭੂ ਪਰਮਾਤਮਾ ਦਾ ਨਾਮ ਜਪਣ ਨੂੰ ਸਾਨੂੰ ਸਭ ਤੋਂ ਜ਼ਿਆਦਾ ਸਮਾਂ ਮਿਲ ਜਾਏਗਾ। ਇਹ ਧਾਰਨ ਕਰ ਲੈਣਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਬਾਕੀ ਸਾਰੇ ਕੰਮ ਨੇ ਜਿਹੜੇ ਉਹ ਨਿਰਾਫਲ, ਬਿਨਾਂ ਫਲ ਤੋਂ ਨੇ। ਇੱਕ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ, ਨਾਮ ਦੇ ਨਾਲ ਜੁੜਨਾ ਹੈ। ਇਹ ਅਸੀਂ ਧਾਰਨ ਕਰ ਲਿਆ, ਇਹ ਧਾਰਨਾ ਹੈ, ਇਹਦੇ ਵਿੱਚ ਅਸੀਂ ਪੱਕੇ ਹੋ ਗਏ ਹਾਂ, ਇਹ ਇਰਾਦਾ ਪੱਕਾ ਬਣ ਗਿਆ। ਹੁਣ ਇਹ ਪਹਿਲਾ ਪੜਾਅ ਹੈ, ਇੱਥੇ ਨਹੀਂ ਰੁਕਣਾ, ਅੱਗੇ ਜਾਣਾ ਹੈ। ਦੂਜੇ ਪੜਾਅ ਦਾ ਨਾਮ ਹੈ ਧਿਆਨ। ਅਤੇ ਧਿਆਨ ਦੇ ਬਾਰੇ ਧੰਨ ਗੁਰੂ ਮਹਾਰਾਜ ਜੀ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਇਹਨਾਂ ਨੇ ਦੱਸਣਾ, ਕਰਨਾ ਤਾਂ ਅਸੀਂ ਉਸੇ ਤਰ੍ਹਾਂ ਹੀ ਹੈ, ਇਹਨਾਂ ਦੇ ਅੱਖੀ ਲੱਗਣਾ। ਧੰਨ ਗੁਰਬਾਣੀ ਕਹਿੰਦੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਸਾਡੇ ਸਰੀਰ ਦੇ ਵਿੱਚੋਂ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਧੁਨ ਮਹਿ ਧਿਆਨ, ਧੁਨ ਦਾ ਅਰਥ ਹੁੰਦਾ ਆਵਾਜ਼। ਆਵਾਜ਼ ਦੇ ਵਿੱਚ ਧਿਆਨ ਲਾਣਾ ਹੈ। ਕਿਹੜੀ ਆਵਾਜ਼ ਦੇ ਵਿੱਚ? ਵਾਹਿਗੁਰੂ। ਇਹ ਪ੍ਰਾਪਤੀ ਜਿਹੜੀ ਹੈ ਨਾ, ਸਭ ਤੋਂ ਸੌਖੀ ਹੁੰਦੀ ਹੈ ਜਦੋਂ ਇੱਕ ਦਮ ਵਾਲਾ ਅਸੀਂ ਨਾਮ ਜਪਦੇ ਹਾਂ। ਵਾਹਿਗੁਰੂ ਇਹ ਇੱਕ ਦਮ ਦਾ ਨਾਮ ਹੈ। ਰਾਮ ਇਹ ਵੀ ਇੱਕ ਦਮ ਦਾ ਨਾਮ ਹੈ, ਭਾਵ ਇੱਕੋ ਸਵਾਸ ਦੇ ਨਾਲ ਪੂਰਾ ਹੋ ਜਾਂਦਾ ਹੈ। ਇਹਦੇ 'ਚ ਤਕਲੀਫ ਨਹੀਂ ਹੋਏਗੀ। ਕਈ ਗੁਰਮੁਖ ਪਿਆਰੇ ਗੁਰਮੰਤਰ ਜਿਹੜਾ ਹੈ, ਮੂਲ ਮੰਤਰ ਹੈ ਜਿਹੜਾ, ਉਹਦੇ ਨਾਲ ਵੀ ਇਹ ਅਰਾਧਨਾ ਕਰਦੇ ਨੇ। ਉਹਦੇ ਵਿੱਚ ਇੱਕ ਸਵਾਸ ਦੇ ਨਾਲ ਪੂਰਤੀ ਨਹੀਂ ਹੁੰਦੀ, ਸਮਾਂ ਜ਼ਿਆਦਾ ਲੱਗਦਾ ਹੈ। ਸਰੀਰ ਹੈ ਜਿਹੜਾ, ਇਹਨੂੰ ਤਕਲੀਫ ਜ਼ਿਆਦਾ ਹੁੰਦੀ ਹੈ, ਕਈ ਵਾਰੀ ਸਾਹ ਚੜ੍ਹਨ ਲੱਗ ਜਾਂਦਾ। ਰਹੋ ਵਿਚਾਰ। ਧੁਨ ਮਹਿ ਧਿਆਨ, ਆਵਾਜ਼ ਦੇ ਵਿੱਚ ਧਿਆਨ ਜੋੜਨਾ ਹੈ। ਕਿਹੜੀ ਆਵਾਜ਼ ਦੇ ਵਿੱਚ? ਵਾਹਿਗੁਰੂ। ਇਸ ਆਵਾਜ਼ ਦੇ ਵਿੱਚ ਧਿਆਨ ਜੋੜਨਾ ਹੈ। ਅਤੇ ਧਿਆਨ ਕਿਵੇਂ ਜੋੜਨਾ ਹੈ? ਅਸੀਂ ਸੰਸਾਰੀ ਹਾਂ, ਸੰਸਾਰੀ ਤਰੀਕੇ ਦੇ ਨਾਲ ਸਾਨੂੰ ਬੜੀ ਸਮਝ ਲੱਗਦੀ ਹੈ। ਸਾਨੂੰ ਨਾ ਕੋਈ ਗੁਰਮੁਖ ਪਿਆਰਾ ਕੋਈ ਬੜੀ ਚਸਕੇ ਵਾਲੀ ਗੱਲ ਸੁਣਾਉਂਦਾ ਹੈ, ਅਤੇ ਗੱਲ ਸੁਣਾਉਂਦਾ ਹੈ, ਅਸੀਂ ਇਕੱਠ ਦੇ ਵਿੱਚ ਬੈਠੇ ਹਾਂ, ਇਕੱਠੇ ਹੋਏ ਹਾਂ ਕਿਸੇ ਪ੍ਰੋਗਰਾਮ 'ਤੇ, ਵਿਆਹ ਸ਼ਾਦੀ ਦਾ ਹੈ ਜਾਂ ਕੋਈ ਗੁਰੂ ਘਰ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਬਾਹਰ ਬੈਠਿਆਂ ਤੋਂ, ਜਾਂ ਕੋਈ ਹੋਰ ਪ੍ਰੋਗਰਾਮ ਹੈ ਅਤੇ ਗੱਲ ਬੜੀ ਚਸਕੇ ਵਾਲੀ ਹੈ। ਮੈਂ ਖੁਲਾਸਾ ਹੀ ਕਰਦੇ ਹਾਂ, ਕਿਸੇ ਪਰਿਵਾਰ ਦੀ ਧੀ ਭੈਣ ਦੀ ਗੱਲ ਹੋਵੇ ਜਾਂ ਕਿਸੇ ਗੁਰਮੁਖ ਪਿਆਰੇ ਦੀ ਨਿੰਦਿਆ ਚੁਗਲੀ ਦੀ ਗੱਲ ਹੋਵੇ, ਬਰਿਆਈ ਵਾਲੀ, ਇਹਨੂੰ ਚਸਕੇ ਵਾਲੀ ਗੱਲ ਆਖਿਆ ਹੈ। ਅਸੀਂ ਫਿਰ ਉਹ ਚਸਕੇ ਵਾਲੀ ਗੱਲ ਨੂੰ ਸੁਣਨਾ ਹੈ ਅਤੇ ਦੂਜਿਆਂ ਤੋਂ ਪਰਦੇ ਨਾਲ ਸੁਣਨਾ ਹੈ। ਫਿਰ ਉਸ ਦੇ ਮੂੰਹ ਦੇ ਕੋਲ ਅਸੀਂ ਕੰਨ ਲਾ ਦਿੰਦੇ ਹਾਂ ਅਤੇ ਆਪਣੇ ਸਵਾਸ ਵੀ ਰੋਕ ਲੈਂਦੇ, ਕਿਉਂਕਿ ਦੱਸਣ ਵਾਲਾ ਜਿਹੜਾ ਉਹ ਚੋਰ ਹੈ ਅਤੇ ਉਹ ਇਤਨੀ ਧੀਮੀ ਆਵਾਜ਼ ਦੇ ਵਿੱਚ ਦੱਸਦਾ ਹੈ ਵੀ ਜਿਹੜਾ ਤੀਜਾ ਬੰਦਾ ਕੋਲ ਬੈਠਾ ਉਹਨੂੰ ਨਾ ਸੁਣੇ। ਹੁਣ ਵੇਖੋ ਕਿੰਨੀ ਬਰੀਕੀ ਦੇ ਵਿੱਚ ਸਾਡਾ ਧਿਆਨ ਗਿਆ ਚਲਾ ਹੈ। ਇਸ ਆਵਾਜ਼ ਦੇ ਵਿੱਚ, ਇਸ ਚਸਕੇ ਵਾਲੀ ਗੱਲ ਦੇ ਵਿੱਚ ਸਾਡਾ ਧਿਆਨ ਕਿੰਨੀ ਬਰੀਕੀ 'ਚ ਗਿਆ ਚਲਾ ਹੈ। ਇਸ ਤੋਂ ਵੀ ਕਿਤੇ ਜ਼ਿਆਦਾ ਬਰੀਕੀ ਦੇ ਵਿੱਚ ਜਦੋਂ ਵਾਹਿਗੁਰੂ ਆਖਣਾ ਹੈ, ਇਹਦੇ ਵਿੱਚ ਧਿਆਨ ਨੂੰ ਜੋੜਨਾ ਹੈ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਏਗੀ। ਧੁਨ ਮਹਿ ਧਿਆਨ, ਜਿਹੜੀ ਸ਼ਬਦ ਦੀ ਧੁਨ ਹੈ ਨਾ ਵਾਹਿਗੁਰੂ ਦੀ, ਉਹਦੇ ਵਿੱਚ ਧਿਆਨ ਨੂੰ ਲਾਉਣਾ ਹੈ। ਇਹਦੇ ਵਿੱਚ ਧਿਆਨ ਨੂੰ ਕਿਵੇਂ ਲਾਉਣਾ ਹੈ? ਪਹਿਲੋਂ ਸ਼ੁਰੂਆਤ ਇੱਥੋਂ ਹੁੰਦੀ ਹੈ,
बोल के वाहेगुरु आखना है, हौली हौली फिर कंठ दे विच लै जाना। इत्थे जदों कंठ दे विच लै जीदा है ना, फिर कंठ हिलदा है, पर कोल बैठे नूं सुणदा कुछ भी नहीं। इहदे च ध्यान जोड़ी रखना। हौली हौली फिर ये हिरदे च आ जांदा है। जदों हिरदे च आ जांदा उदों शरीर दा कोई भी अंग नहीं हिलदा। जदों वाहिगुरू सिमरन करदियां करदियां हिरदे च चल गया तो फिर इत्थे शरीर का कोई भी अंग नहीं हिलदा, केवल ते केवल उस प्रभु परमात्मा का नाम उचारण हो रहा है। इसनूं फिर अगे नाभ दे विच लै जाना है। ये शब्द जिहड़ा नाभ तक सानूं लै जावेगा ते इहदे नाल जिहड़ा असीं ध्यान जोड़िया ना वो भी नाल जाएगा, कल्ला नहीं जाएगा। ये मैं एक बारी फिर शुरू तो दसा। शब्द दे विच ध्यान नूं जोड़ना है। धुन में ध्यान, धुन दे विच ध्यान नूं जोड़ना है। धुन दे विचों ध्यान नूं बाहर नहीं जाण देना। जे धुन दे विचों ध्यान बाहर गया चला तो शब्द अंदर नहीं जाएगा, शब्द भी बाहर आ जाएगा। ये दोवें एक होणगे ते फिर अंदर उतरेगा। इस तरह वाहिगुरू वाहिगुरू का जाप करदिआं सिमरन करदिआं इहनूं नाभ तक लै जाना है। जे नाभ तक शब्द की धुन गई चलीए तो ध्यान भी उत्थे पहुँच जाएगा। जदों सुरत उत्थे पहुँच जाएगी, ध्यान उत्थे पहुँच जाएगा तो फिर गुरु महाराज जी रहमत करते हैं, धुन मह ध्यान ध्यान मह जानिया। वो जिहड़ा ध्यान उत्थे नाभ च गया चले ना, उत्थे जाके फिर सानू समझ आएगी। उत्थे जाके फिर सानू कुछ समझ आएगी। धुन मह ध्यान ध्यान मह जानिया। उस ध्यान दे विच फिर उस परमात्मा दे ज्ञान नूं जान लिया, थोड़ा जिहा समझ आई है। गुरमुख अकथ कहानी, हुण जिहड़ा जानिया ना वो दस्सिया नहीं जाएगा। गुरमुख अकथ कहानी ये गुरमुखां दी कहानी है ते ये ना कथी जाण वाली है। सिर्फ इत्थों तक दस्सिया जांदा, इस तो अगे नहीं दस्सिया जाएगा। इस तो अगे दस्सिया नहीं जा सकता, इस तो अगे असी दस नहीं सकते, क्योंकि असी धन गुरु गोबिंद सिंह महाराज जी दे गुरसिख हाँ, गुरु नानक देव जी दे गुरसिख हाँ। ते गुरु नानक देव जी ने इस अवस्था नूं इस तरह बयान किया, जे हो जाना आखा नहीं। गुरु नानक देव जी रहमत करते हैं, जे मैं जान लिया तो हुण आख्या नहीं जाएगा। आख्या क्यों नहीं जाता? कहना कथन ना जाई, ना कहा जाता है तो ना ही कथिया जाता है। तो 10वें पातशाह साहब गुरु गोबिंद सिंह जी इसनूं इस तरह कह रहे हैं, नहीं जान जाई कशु रूप रेखं। इत्थे पहुँचता जाईदा है, पर ये जिहड़ी ये अवस्था है ना, इहदी जिहड़ी रूप रेखा है वो जानी नहीं जा सकती। कहाँ बास ताको फिरे कौन भेखं। उस प्रभु दा इस शरीर दे विच किहड़ी थां ते वस है ते किहड़े भेख दे विच, भाव उनका आकार आकृति किहड़ी है, ये भी नहीं दसी जा सकती। कहा नाम ताको, ये वैगुरू शब्द इत्थों तक लैके जाएगा। मैं पहलों भी दसिया सी, हुण गुरु महाराज जी का फरमान आ गया, मैं फिर दस दिया। कहा नाम ताको, ये वैगुरू सानू इत्थों दर तक लै गया है। ये दर है उस प्रभु परमात्मा का। इस दर तक लै गया तो इस तो अगे जिन्हों अनाहद आखिए अनहद आखिए वो नाम है जिहड़ा वो नहीं दसिया जा सकता। कहा नाम ताको कह कहावै, उन्होंने की आखिए तो की वो कहूँदा है, किसी नूं पता है पर वो पते वाला कह नहीं सकता, दस नहीं सकता। कहा को कहा पेट न कह मैनू आवे, कहा कह बखानो कह मुँह ना आवे। मैं उन्होंने की आख के बखाना, वो मेरी जबान है जिहड़ी उन्होंने कह नहीं सकती। तो गुरु अंगद देव जी सच्चे सतगुर ने इस अवस्था में इस तरह आखे, अखां बाझो वेखना बिन कन्ना सुनना। इत्थे हुण अखां नहीं हैगियां, दिस सारा कुछ रहा है। इसका मेरे को एक सबूत है। पुरातन भगतां ने जिन्हां ने इस अवस्था नूं प्राप्त किया, उन्होंने जो ब्रह्मंड दीयां गल्लां दसीआं धन गुरबाणी दे अंदर भी दर्ज ने, वो अज दी अजोकी साइंस जिहड़ी बिल्कुल सच मनदी है।
ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ, ਜੀਭੇ ਬਾਝੋਂ ਬੋਲਣਾ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਇਹ ਮਰਨਾ ਹੈ। ਇਹ ਮਰਨਾ ਹੋ ਗਿਆ। ਕਾਹਦਾ ਮਰਨਾ ਹੋ ਗਿਆ? ਬਾਹਰੀ ਬਿਰਤੀ ਦਾ ਮਰਨਾ ਹੋ ਗਿਆ। ਅੰਦਰੂਨੀ ਬਿਰਤੀ ਜਿਹੜੀ ਇਹ ਚੱਲ ਪਈ ਹੈ, ਅੰਤਰਮੁਖ ਹੋ ਗਿਆ ਗੁਰਮੁਖ ਪਿਆਰਾ। ਫਿਰ ਇਹਦੀ ਪਛਾਣ ਕੀ ਹੈ? ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ। ਗੁਰੂ ਮਹਾਰਾਜ ਜੀ ਨੇ ਇਹਨੂੰ ਇਸ ਤਰ੍ਹਾਂ ਦੱਸਿਆ ਵੀ ਉਸ ਪ੍ਰਭੂ ਪਰਮਾਤਮਾ ਦਾ ਸ਼ਬਦ ਹੈ, ਜਿਹਨੂੰ ਅਨਹਦ ਆਖੇ, ਅਣਹਦ ਆਖੇ, ਨਿਰਵਾਣ ਪਦਵੀ ਆਖੇ, ਤੁਰੀ ਅਵਸਥਾ ਆਖੀ ਹੈ। ਬੜੇ ਨਾਮ ਰੱਖੇ ਨੇ। ਹੁਣ ਕੋਈ ਗੰਢਾ ਆਖ ਦਿੰਦਾ ਹੈ, ਕੋਈ ਪਿਆਜ਼ ਆਖ ਦਿੰਦਾ ਹੈ, ਕੋਈ ਕੁਝ ਹੋਰ ਆਖ ਦਿੰਦਾ ਹੋਣਾ ਹੈ। ਹੁਣ ਹੈ ਕੀ? ਇਹ ਕਿਸੇ ਨੂੰ ਨਹੀਂ ਪਤਾ ਵੀ ਉਹ ਗੰਢਾ ਹੈ ਕਿ ਪਿਆਜ਼ ਹੈ। ਨਾ ਹੀ ਰੱਖੇ ਨੇ ਨਾ ਅਸੀਂ। ਜਿਹੜਾ ਪਿਆਜ਼ ਕਰਕੇ ਨਹੀਂ ਜਾਣਦਾ, ਗੰਢਾ ਕਰਕੇ ਜਾਣਦਾ, ਅਸੀਂ ਆਖਾਂਗੇ ਪਿਆਜ਼, ਤੂੰ ਸਾਡੇ ਨਾਲ ਲੜ ਪਏਗਾ। ਕਹਿੰਦਾ ਪਿਆਜ਼ ਕਿੱਥੇ ਹੈ, ਗੰਢਾ ਹੈ। ਇਹੀ ਤਾਂ ਲੜਾਈਆਂ ਨੇ ਨਾ। ਜਿਹੜੇ ਰਾਮ ਆਖਦੇ ਨੇ ਉਹ ਆਖਦੇ ਨੇ ਤਾਂ ਰਾਮ ਹੈ, ਤੁਸੀਂ ਵਾਹਿਗੁਰੂ ਕਿਉਂ ਆਖਦੇ ਹੋ? ਜਿਹੜੇ ਵਾਹਿਗੁਰੂ ਆਖਦੇ ਨੇ ਉਹ ਲੜਦੇ ਨੇ, ਇਹ ਵਾਹਿਗੁਰੂ ਹੈ, ਤੁਸੀਂ ਅੱਲਾ ਕਿਉਂ ਆਖਦੇ ਹੋ? ਜਿਹੜਾ ਮਰਜ਼ੀ ਨਾਮ ਰੱਖ ਲਓ। ਇਹ ਨਾਮ ਨੇ ਜਿਹੜੇ, ਇਹ ਗੁਰੂ ਨੇ ਸਾਨੂੰ ਇਸ ਵਾਸਤੇ ਦਿੱਤੇ ਨੇ। ਇਹ ਉਹ ਸਾਧਨ ਹੈ ਜਿਹੜੇ ਸਾਧਨ ਦੇ ਨਾਲ ਅਸੀਂ ਆਪਣੀ ਸੁਰਤ ਨੂੰ ਇਸ ਅਵਸਥਾ ਤੱਕ ਲੈ ਕੇ ਜਾ ਸਕਦੇ ਹਾਂ। ਤੇ ਗੁਰੂ ਮਹਾਰਾਜ ਜੀ ਨੇ ਇੱਥੇ ਰਹਿਮਤ ਕੀਤੀ ਹੈ। ਕਹਾ ਨਾਮ ਤਾਕੋ, ਕਹਿ ਕਹਾ, ਕਹਿ ਕਹਾਵੇ। ਇਹ 10ਵੇਂ ਪਾਤਸ਼ਾਹ ਦੀ ਬਾਣੀ ਅਕਾਲ ਉਸਤਤ ਦੇ ਵਿੱਚ ਗੁਰੂ ਜੀ ਨੇ ਦੱਸਿਆ ਵੀ ਉਹਦਾ ਨਾਮ ਮੈਂ ਇੱਥੇ ਜਿਹੜਾ ਹੈ ਨਾ ਉਹ ਨਹੀਂ ਦੱਸ ਸਕਦਾ, ਨਾ ਕਹਿ ਸਕਦਾ। ਤੇ ਉਹ ਕੀ ਕਹਾਉਂਦਾ ਮੈਂ ਇਹ ਵੀ ਨਹੀਂ ਦੱਸ ਸਕਦਾ। ਕਹਾ ਕਹਿ ਬਖਾਨੋ, ਮੈਂ ਉਹਨੂੰ ਕੀ ਆਖ ਕੇ ਬਖਿਆਨ ਕਰਾਂ, ਕੀ ਆਖ ਕੇ ਉਹਦਾ ਬਖਿਆਨ ਕਰਾਂ ਆਪ ਜੀ ਨੂੰ ਸਮਝਾਉਣ ਵਾਸਤੇ। ਕਹਿ ਮੋਹ ਨਾ ਆਵੇ, ਉਹ ਅਵਸਥਾ ਜਿਹੜੀ ਉਹ ਕਹਿਣ ਦੇ ਵਿੱਚ ਨਹੀਂ ਆਉਂਦੀ। ਤੇ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ। ਉਹ ਅਨਾਹਦ ਸ਼ਬਦ ਜਿਹੜਾ ਪ੍ਰਭੂ ਪਰਮਾਤਮਾ ਦਾ, ਇਹ ਵੀ ਅਸੀਂ ਨਾਂ ਰੱਖਿਆ ਅਨਾਹਦ ਵੀ, ਇਹ ਵੀ ਅਸੀਂ ਨਾਂ ਰੱਖਿਆ, ਸਾਡੇ ਗੁਰੂ ਨੇ ਨਾਂ ਰੱਖਿਆ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ। ਜਿਹੜਾ ਇੱਥੇ ਵਾਸਾ ਹੋ ਗਿਆ ਸ਼ਬਦ ਦੇ ਵਿੱਚ ਸੁਰਤ ਦਾ, ਫਿਰ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ। ਤੇ ਜਿਹੜਾ ਇੱਥੇ ਪਹੁੰਚ ਜਾਂਦਾ ਹੈ ਉਹਦੀ ਪਛਾਣ ਕੀ ਹੈ? ਖੁਸਰੋ ਜੀ ਹੋਏ ਨੇ, ਇਹ ਇੱਥੇ ਪਹੁੰਚੇ ਸਨ। ਜਦੋਂ ਇੱਥੇ ਪਹੁੰਚੇ ਸਨ ਤੇ ਇਹਨਾਂ ਨੇ ਨਾ, ਫਿਰ ਮੈਂ ਸਮਝਾ ਦਿਆਂ, ਜਿਵੇਂ ਕੋਈ ਅੰਮ੍ਰਿਤਧਾਰੀ ਗੁਰਸਿੱਖ ਹੋਵੇ ਤੇ ਉਹ ਫਿਰ 5 ਕਕਾਰਾਂ ਦੀ ਜਿਹੜੀ ਰਹਿਤ ਮਰਿਆਦਾ ਉਹਦੀ ਪਰਵਾਹ ਨਾ ਕਰੇ। ਜੇ ਪਾਏ ਨੇ ਤਾਂ ਕੋਈ ਨਹੀਂ, ਜੇ ਨਹੀਂ ਪਾਏ ਨੇ ਤੇ ਤਾਂ ਕੋਈ ਨਹੀਂ। ਤੇ ਅਸੀਂ ਕੀ ਆਖਾਂਗੇ? ਇਹ ਸ਼ਦਾਈ ਹੋ ਗਏ, ਪਾਗਲ ਹੋ ਗਏ। ਇਹ ਪਾਏ ਕਾਹਦੇ ਵਾਸਤੇ ਨੇ? ਪ੍ਰਾਪਤੀ ਵਾਸਤੇ। ਜਦੋਂ ਪ੍ਰਾਪਤੀ ਹੋ ਗਈ ਏ ਤੇ ਫਿਰ ਇਹਨਾਂ ਦੀ ਸਾਧਨਾ ਦੀ ਲੋੜ ਨਹੀਂ ਪੈਂਦੀ। ਭਾਵੇਂ ਤੁਹਾਨੂੰ ਗੁੱਸਾ ਹੀ ਲੱਗੇ, ਸੱਚ ਇਹੀ ਹੈ। ਇਹੀ ਹਾਲ ਹੋਇਆ ਸੀ ਖੁਸਰੋ ਨਾਲ। ਤੇ ਖੁਸਰੋ ਫਿਰ ਕੀ ਕਹਿੰਦਾ? ਅੱਛਾ ਹੁਆ ਦੀਵਾਨਗੀ ਕਾਮ ਆ ਗਈ। ਕਹਿੰਦਾ ਚੰਗਾ ਹੋਇਆ, ਲੋਕੀ ਸਾਨੂੰ ਦੀਵਾਨੇ ਆਖਣ ਲੱਗ ਗਏ ਨੇ, ਮਸਤਾਨੇ ਆਖਣ ਲੱਗ ਗਏ ਨੇ, ਪਾਗਲ ਆਖਣ ਲੱਗ ਗਏ ਨੇ, ਤੇ ਇਹ ਸਾਡੇ ਕੰਮ ਆ ਗਈ ਜੇ। ਕਿਉਂ ਕੰਮ ਆ ਗਈ ਏ? ਵਗਰ ਨਏ ਹਮ ਜਮਾਨੇ ਭਰ ਕੋ ਸਮਝਾਣੇ ਕਹਾਂ ਜਾਤੇ। ਕਹਿੰਦਾ ਨਹੀਂ ਤਾਂ ਫਿਰ ਲੋਕਾਂ ਨੂੰ ਸਮਝਾਉਣ ਵਾਸਤੇ ਮੈਂ ਕਿੱਥੇ ਜਾਂਦਾ? ਭਾਵ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਮੈਂ ਸਮਝਾਉਂਦਾ? ਗੁਰਮੁਖ ਪਿਆਰਿਓ, ਇਹ ਜਿਹੜੀ ਬਾਹਰਲੀ ਰਹਿਤ ਮਰਿਆਦਾ ਹੈ ਇਹ ਸਾਧਨਾ ਕਰਨ ਵਾਸਤੇ ਹੈ। ਤੇ ਸਾਧਨਾ ਕਰਦਾ ਕਰਦਾ ਜਦੋਂ ਸਾਧ ਹੋ ਗਿਆ, ਫਿਰ ਇਹ ਸਾਧਨਾ ਦੀ ਲੋੜ ਨਹੀਂ ਪੈਂਦੀ। ਖੇਤੀ ਬੀਜਣ ਵਾਸਤੇ ਸਾਡੇ ਕੋਲ ਸਾਧਨ ਨੇ। ਜਦੋਂ ਉਹ ਅਸੀਂ ਖੇਤੀ ਬੀਜ ਲੈਂਦੇ ਹਾਂ, ਫਸਲ ਉੱਗ ਪੈਂਦੀ ਹੈ ਤੇ ਸਾਧਨਾ ਨੂੰ ਧੋ ਬਣਾ ਕੇ ਇੱਕ ਪਾਸੇ ਰੱਖ ਦਿੰਦੇ ਹਾਂ। ਇਸੇ ਤਰ੍ਹਾਂ ਡਾਕਟਰ ਇਕਬਾਲ ਹੋਏ ਨੇ, ਉਹ ਵੀ ਇੱਥੇ ਪਹੁੰਚੇ ਸਨ। ਜਦੋਂ ਡਾਕਟਰ ਇਕਬਾਲ ਇੱਥੇ ਪਹੁੰਚੇ ਨੇ ਤੇ ਉਹ ਫਿਰ ਆਪਣੇ ਜੀਵਨ ਦੇ ਵਿੱਚ ਲਿਖਦੇ ਨੇ, ਇੱਕ ਫੂਲ ਅਗਰ ਚਾਹੇ ਤੋ ਗੁਲਸਤਾਨ ਬਣਾ ਦੇ। ਇੱਕ ਫੂਲ ਅਗਰ ਚਾਹੇ ਤੋ ਗੁਲਸਤਾਨ ਬਣਾ ਦੇ। ਹੁਣ ਵੇਖੋ, ਇੱਕ ਫੁੱਲ ਹੈ ਤੇ ਉਹ ਗੁਲਦਸਤਾ ਕਿਵੇਂ ਬਣਾ ਦੇਗਾ? ਗੁਲਸਤਾਨ ਦਾ ਅਰਥ ਹੈ ਗੁਲਦਸਤਾ। ਆ ਗੁਲਦਸਤੇ ਪਏ ਨੇ, ਇੱਕ ਫੁੱਲ ਨਾਲ ਥੋੜੀ ਬਣੇ ਨੇ, ਕਿੰਨੇ ਫੁੱਲਾਂ ਨਾਲ ਬਣੇ ਨੇ। ਇੱਕ ਫੂਲ ਅਗਰ ਚਾਹੇ ਤੋ ਗੁਲਸਤਾਨ ਬਣਾ ਦੇ। ਡਾਕਟਰ ਇਕਬਾਲ ਦਾ ਕਹਿਣ ਤੋਂ ਭਾਵ ਹੈ ਵੀ ਇੱਕ ਇੱਥੇ ਪਹੁੰਚ ਜਾਏ ਨਾ
ਤੇ ਉਹ ਆਪਣੇ ਵਰਗੇ ਫੁੱਲ ਕਿੰਨੇ ਸਾਰੇ ਬਣਾ ਕੇ ਤੇ ਇੱਕ ਗੁਲਦਸਤਾ ਬਣ ਜਾਏਗਾ। ਇੱਕ ਦੀਵਾ ਜਗ ਗਿਆ, ਉਸ ਤੋਂ ਕਿੰਨੇ ਦੀਵੇ ਜਗਾ ਲਵੋ। एक फूल अगर चाहे तो गुलिस्तान बना दे, एक बूंद अगर चाहे तो तूफान बना दे। हुण एक बूंद जिहड़ी ਉਹ अगर चाहे तो तूफान बना देंदी है। भाव जदों एक इत्थे तक पहुँच गया तो फिर उस तो अगे किन्ने भी फुल, किन्ने भी संत, कितने भी भगत जिहड़े ने वो बन जाते हैं। धन गुरु महाराज जी के पावन पवित्र शब्द का जो अंतरीक भाव है अज के शब्द के अंदर वो यही है। हुण आपां जो धन गुरु महाराज जी के अखरी अर्थ ने उन्हां दीयां विचारां सरवण करनियां ने। हर जपे हरी नूं जप, हर मंदिर साजिया। ते जपना किवें उदास ने अलंकार दे विच तरीका सारा दस दिता है। हर जपे हर मंदिर साजिया, ये शरीर जिहड़ा उस परमात्मा ने अपना मंदिर बनाया है। जिवें असी अपने घर बना के उन्हां विच रहने वो प्रभु परमात्मा भी इस शरीर नूं अपना मंदिर घर बना के इहदे विच रहिंदा है। ते उसकी प्राप्ति किवें होएगी? हर जपे हरी नूं जप, ते हरी नूं जप के की हो जाएगा? संत भगत, संत भी बन जाएगा ते भगत भी बन जाएगा। भाव जे तां पहुँच गया ते संत बन गया, तेरी मुक्ति हो जानी है। जे नहीं पहुँचिया फिर तू भावना वाला बन गया। भगत का अर्थ हुंदा है भावना वाली गत, गत का अर्थ हुंदा है तुरना। हिंदी दे विच गत चाल नूं आखदे ने, गत तुरन नूं आखदे ने। धन गुरु जी रहमत करते हैं, संत भगत गुण गाव है राम। संत जिहड़े पहुँच गए ने ना वो भी उनके गुण गा रहे ने, ते भगत जिहड़े भावना वाली चाल दे नाल तुरे जाते हैं अजे पहुँचे नहीं, वो भी उस प्रभु परमात्मा के गुण गा रहे ने। कहंदे राम जो सारियां दे विच रमिया होया है जी। सिमर सिमर स्वामी प्रभ अपना, सगले पाप तजावह राम। सिमर सिमर, जिवें जिवें असीं वाहिगुरू वाहिगुरू दा सिमरन करांगे, वाहिगुरू वाहिगुरू आखी जावांगे, ये साडा स्वामी है, ये साडा प्रभु है। इस दे सिमरन दे नाल सानू नाल दी नाल ये लाहा प्राप्त हुंदा जाएगा। पर शर्त है सुरत अंदर रुकनी नहीं चाहिए। पानी रुक जावे ते गंदा हो जाता है। असीं वेखदे हां ना नहरां नाले चलदे ने, जदों मगरों पानी मुक जाता है तो जिथे टोए च पानी खड़ जाता उहदे चों मुश्क आउण लग जाती है। सुरत रुकनी नहीं चाहिए। शब्द ते सुरत का समेल होवे ते अंदर नूं उतरदा जावे। भावें वो थोड़ा जिहा रंचक मात्र ही उतरदा है। सूई दी नोक जिन्ना भी उतरदा है ना, पर वो तुर रहा है, वो गंदगी दे विच गंदा नहीं होएगा। सिमर सिमर स्वामी प्रभ अपना, अपने प्रभु परमात्मा काल पुरख वाहिगुरू स्वामी का सिमरन कर। सगले पाप तजावह राम। जिमें जिमें सिमरन करेगा अंतर्मुख बिरती होएगी, उस तरह तेरे ते कृपा होंदी जाएगी। जेड़े तेरे कीते हुए पाप ने वो सारे नाश हो जाणगे जी। हर गुण गाई परम पद पाया, प्रभ की उत्तम बाणी। हर गुण गाए, इस तरह वाहिगुरू वाहिगुरू करदियां हरि दे गुण गायन करदियां परम पद पाया। यही परम पद भी है जो उस प्रभु परमात्मा नूं अपने अंदरों लभ लैना है, खोज लैना है, उसकी प्राप्ति कर लेनी है। ये सब तो वड्डी पदवी है। प्रभ की उत्तम बाणी, उस अकाल पुरख वाहिगुरू की बाणी बड़ी श्रेष्ठ है, बड़ी उत्तम है। इत्थे बाणी धन गुरु ग्रंथ साहिब जी के अंदर जो दर्ज है ये बाणी नहीं, इत्थे वो बाणी है जिहड़ी गुरमुख प्यारिਆਂ ਨੂੰ अवस्था ਦੇ ਨਾਲ अंदरों अनाहद शब्द अनाहद धुन वाली प्राप्त ਹੁੰਦੀ है। हर गुण गाए परम पद पाया। गुरबाणी के अंदर हरि परमात्मा के गुण गायन किए हुए ने, इन्हों असी गाना किया है, इहदे नाल परम पदवी की प्राप्ति हो गई है। प्रभ की उत्तम बाणी, मेरे अकाल पुरख वाहिगुरू की जिहड़ी बाणी है ये बड़ी श्रेष्ठ महान उत्तम है जी। सहज कथा प्रभ की अत मीठी, कथी अकथ कहानी। सहज कथा, ये ज्ञान वाली कथा जो हुण तक आपां बयान कर रहे हैं, जिसका आपां ने सारा व्याख्यान किया है, ये सहज वाली कथा है। सहजे सहजे नाम जपदा जाएगा, अंतर्मुख होंदा जाएगा। प्रभ की अत मीठी, जिमें जिमें थले उतर जाएगा अंतर्मुख होंदा जाएगा, उवें उवें अत से करके ये मिठी लगती जाएगी। कथी अकथ कहानी, ये ना कथन जा कथी जान वाली कहानी अकथ लई है।
ਭਾਵ ਆਪ ਨੂੰ ਪਤਾ ਲੱਗ ਗਿਆ, ਇਹ ਕਿਸੇ ਨੂੰ ਦੱਸ ਨਹੀਂ ਸਕਦਾ, ਕਿਸੇ ਨੂੰ ਬਿਆਨ ਕਰਕੇ ਇਹ ਬੋਲ ਕੇ ਸਮਝਾ ਨਹੀਂ ਸਕਦਾ। ਇਹ ਅਕਥ ਕਹਾਣੀ ਹੈ ਤੇ ਜਿਨਨੇ ਭਾਈ ਇਹ ਸੰਘਰਸ਼ ਕਰ ਲਿਆ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਾਲ ਦਾ ਅਰਥ ਹੁੰਦਾ ਮਿਹਨਤਾਂ, ਮਸਕਤ ਦਾ ਅਰਥ ਹੈ ਬੜੀ ਬਹੁਤ ਜ਼ਿਆਦਾ ਜਿੰਦੇ 'ਚ ਮਿਹਨਤ ਲੱਗੇ, ਉਹਨੂੰ ਮਸਕਤ ਆਖਦੇ ਨੇ। ਇਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਅਕਥ ਕਹਾਣੀ ਹੈ ਜਿਹੜੀ, ਇਹਦੇ ਲਈ ਘਾਲਣਾ ਘਾਲਣੀ ਪਏਗੀ, ਤੇ ਘਾਲਣਾ ਜਿਹੜੀ ਉਹ ਬੜੀ ਮਿਹਨਤ ਵਾਲੀ ਹੈ, ਬੜੀ ਮਿਹਨਤ ਕਰਨੀ ਪਏਗੀ, ਹੈ ਬੜੀ ਮਿੱਠੀ। ਇਹ ਹੋਏਗੀ ਸਹਿਜ ਸਹਿਜ, ਹੌਲੇ ਹੌਲੇ ਇਹ ਪ੍ਰਾਪਤ ਹੁੰਦੀ ਹੈ ਜੀ। ਭਲਾ ਸੰਜੋਗ ਮੂਰਤ ਪਲ ਸਾਚਾ, ਅਵ ਚਲ ਨੀਵਰ ਖਾਈ। ਭਲਾ ਸੰਜੋਗ, ਸੰਜੋਗ ਦਾ ਅਰਥ ਹੁੰਦਾ ਹੈ ਗੁਰੂ ਦੇ ਨਾਲ ਗੁਰਸਿੱਖ ਦਾ ਮਿਲ ਜਾਣਾ, ਇਹ ਸੰਜੋਗ ਬਣਿਆ ਹੈ। ਸੰਜੋਗ ਤੋਂ ਬਿਨਾ ਆਪਣਾ ਮਿਲਾਪ ਹੈ ਜਿਹੜਾ ਉਹ ਨਹੀਂ ਹੁੰਦਾ। ਅੱਜ ਉਦਾਸ ਇੱਥੇ ਆਇਆ ਹੈ, ਇਹ ਵੀ ਇੱਕ ਸੰਜੋਗ ਹੈ। ਆਪਾਂ ਸਾਰੇ ਇਕੱਤਰਤ ਹੋਏ ਹਾਂ, ਇੱਕ ਦੂਜੇ ਦੇ ਨਾਲ ਮਿਲੇ ਹਾਂ, ਇਹ ਸੰਜੋਗ ਹੈ। ਸੰਸਾਰ ਦੀ ਜਿਹੜੀ ਕਾਰ ਹੈ ਨਾ, ਸੰਜੋਗ ਵਿਯੋਗ ਦੋਏ ਕਾਰ ਚਲਾਵੇ, ਦੋ ਹੀ ਕੰਮ ਹੋ ਰਹੇ ਨੇ ਇਸ ਦੁਨੀਆ ਤੇ। ਇੱਕ ਸੰਜੋਗ ਆਪਾਂ ਮਿਲ ਰਹੇ ਹਾਂ ਤੇ ਦੂਸਰਾ ਹੈ ਵਿਯੋਗ, ਆਪਾਂ ਇੱਕ ਦੂਜੇ ਤੋਂ ਵਿਛੜ ਰਹੇ ਹਾਂ। ਭਲਾ ਸੰਜੋਗ ਜੋ ਸੱਚੇ ਸਤਿਗੁਰ ਦੀ ਪ੍ਰਾਪਤੀ ਦਾ ਹੋਣਾ, ਗਿਆਨ ਦੀ ਪ੍ਰਾਪਤੀ ਦਾ ਹੋਣਾ, ਗੁਰੂ ਦੇ ਉਪਦੇਸ਼ ਦਾ ਪ੍ਰਾਪਤ ਹੋਣਾ, ਗੁਰੂ ਦੇ ਦਰਸ਼ਨ ਹੋਣੇ, ਇਹ ਸਾਰੇ ਭਲੇ ਸੰਜੋਗ ਨੇ। ਪਿਛਲੇ ਜਨਮ ਦੇ ਵਿੱਚ, ਪੂਰਬਲੇ ਕਰਮਾਂ ਦੇ ਵਿੱਚ ਉਸ ਪਰਮਾਤਮਾ ਤੋਂ ਕੁਝ ਇਸ ਤਰ੍ਹਾਂ ਦਾ ਲਿਖਵਾ ਲਿਆ ਜਿਹਦੇ ਨਾਲ ਇਹ ਭਲਾ ਸੰਜੋਗ ਸਾਨੂੰ ਪ੍ਰਾਪਤ ਹੋਇਆ। ਮੂਰਤ, ਮੂਰਤ ਕਹਿੰਦੇ ਨੇ ਮਹੂਰਤ ਨੂੰ, ਤੇ ਮਹੂਰਤ ਜਿਹੜਾ ਇਹ 24 ਵਾਹਿਗੁਰੂ ਜੀ 48 ਮਿੰਟ ਦਾ ਹੁੰਦਾ ਹੈ। 48 ਮਿੰਟਾਂ ਬਾਅਦ ਮਹੂਰਤ ਬਦਲ ਜਾਂਦਾ ਹੈ। ਪਲ ਇਹ ਸਮੇਂ ਦੀ ਛੋਟੀ ਤੋਂ ਛੋਟੀ ਨੈਨੋ ਇਕਾਈ ਹੈ। ਸਾਚਾ, ਇਹ ਸਾਰੇ ਹੁਣ ਸੱਚੇ ਹੋ ਗਏ ਨੇ, ਇਹ ਸਾਰੇ ਹੁਣ ਸੱਚੇ ਹੋ ਗਏ ਨੇ, ਕਿਉਂਕਿ ਸੱਚੇ ਦੀ ਪ੍ਰਾਪਤੀ ਹੋ ਗਈ ਹੈ। ਤੇ ਜਦੋਂ ਸੱਚੇ ਦੀ ਪ੍ਰਾਪਤੀ ਹੋ ਜਾਵੇ ਫਿਰ ਸਾਰਾ ਕੁਝ ਹੀ ਸੱਚ ਹੋ ਜਾਂਦਾ ਹੈ। ਅਬ ਚੱਲ ਨਾ ਡੋਲਣ ਵਾਲੀ, ਚੱਲਦਾ ਅਰਥ ਹੁੰਦਾ ਚੱਲ ਪੈਣਾ, ਅਬ ਚੱਲ ਨਾ ਡੋਲਣ ਵਾਲੀ, ਨਾ ਚੱਲਣ ਵਾਲੀ, ਨੀਵ ਰਖਾਈ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹ ਨਿਉ ਜਿਹੜੀ ਨਾਮ ਜਪਣ ਵਾਲੀ, ਬੰਦਗੀ ਕਰਨ ਵਾਲੀ, ਸਿਮਰਨ ਕਰਨ ਵਾਲੀ ਇਹ ਰਖਵਾ ਦਿੱਤੀ ਹੈ ਜੀ। ਜਨ ਨਾਨਕ ਪ੍ਰਭ ਭੈ ਦਇਆਲਾ, ਸਰਬ ਕਲਾ ਬਣੀ ਆਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਦਾਸਾ ਭਾਵ ਦੇ ਵਿੱਚ। ਪ੍ਰਭੂ ਪਰਮਾਤਮਾ ਸਾਡੇ ਤੇ ਦਿਆਲੂ ਹੋਏ ਨੇ, ਕਿਰਪਾਲੂ ਹੋਏ ਨੇ। ਉਹਨਾਂ ਦੀ ਦਇਆ ਦੇ ਨਾਲ, ਕਿਰਪਾ ਦੇ ਨਾਲ ਸਰਬ ਕਲਾ ਬਣਾਈ। ਕਲਾ, ਇਹ ਕਲਾ ਨੇ ਜਿਹੜੀਆਂ, ਇਹਦਾ ਅਰਥ ਬਣਦਾ ਗੁਣ। ਸਰਬ ਕਲਾ, ਕਲਾ ਦਾ ਅਰਥ ਹੈ ਗੁਣ, ਤੇ ਗੁਣ ਜਿਹੜਾ, ਗੁਣ ਨੂੰ ਮਨੁੱਖ ਕਿਰਿਆ ਦੇ ਵਿੱਚ ਬਦਲ ਕਰਦਾ ਹੈ। ਗੁਣ ਤੋਂ ਅੱਗੇ ਕਰਮ ਕਰਦਾ ਹੈ, ਗੁਰ ਤੋਂ ਅੱਗੇ, ਗੁਣ ਤੋਂ ਅੱਗੇ ਕੰਮ ਕਰਦਾ ਹੈ। ਜਿਸ ਤਰ੍ਹਾਂ ਦਾ ਮਨੁੱਖ ਦੇ ਵਿੱਚ ਗੁਣ ਹੈ ਉਸ ਤਰ੍ਹਾਂ ਦਾ ਉਹ ਕੰਮ ਕਰੇਗਾ। ਹੁਣ ਕਿਸੇ ਵਿੱਚ ਗੁਣ ਹੈ, ਉਹ ਚੰਗਾ ਮਿਸਤਰੀ ਹੈ, ਇਹ ਕਲਾ ਹੈ। ਗੁਣ ਕਹਿ ਲਵੋ, ਕਲਾ ਕਹਿ ਲਵੋ। ਜਿਹੜਾ ਮਨੁੱਖ ਦੇ ਅੰਦਰ ਗੁਣ ਹੈ, ਜਿਹੜੀ ਮਨੁੱਖ ਦੇ ਅੰਦਰ ਕਲਾ ਹੈ, ਉਸ ਦੇ ਨਾਲ ਉਹ ਸੰਸਾਰ ਦੇ ਵਿੱਚ ਕੰਮ ਕਰਦਾ ਹੈ, ਕਰਮ ਕਰਦਾ ਹੈ, ਕਿਰਿਆ ਕਰਦਾ ਹੈ। ਚੰਗਾ ਮਿਸਤਰੀ ਹੈ। ਇਹ ਹੁਣ ਟਰੈਕਟਰ ਇੰਜਨ ਜਿਹੜੇ ਨੇ ਇਹ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਕਰੇਗਾ। ਇਸੇ ਤਰ੍ਹਾਂ ਕਿਸੇ ਕੋਲੇ ਕਲਾ ਹੈ, ਗੁਣ ਹੈ ਚਿੱਤਰਕਾਰੀ ਦਾ, ਉਹ ਸੋਹਣੀ ਚਿੱਤਰਕਾਰੀ ਕਰੇਗਾ। ਕਿਸੇ ਕੋਲ ਲਿਖਣ ਦੀ ਕਲਾ ਹੈ, ਕਿਸੇ ਕੋਲ ਪੜ੍ਹਨ ਦੀ ਕਲਾ ਹੈ, ਕਿਸੇ ਕੋਲ ਬੋਲਣ ਦੀ ਕਲਾ ਹੈ, ਕਿਸੇ ਕੋਲ ਸੁਣਨ ਦੀ ਕਲਾ ਹੈ। ਇਹ ਕਲਾ ਨੇ, ਇਹ ਗੁਣ ਨੇ। ਸਾਰੀਆਂ ਕਲਾ ਕਿਹਦੇ ਕੋਲ ਨੇ? ਸਰਬ ਕਲਾ ਸਮਰੱਥ, ਉਸ ਅਕਾਲ ਪੁਰਖ ਵਾਹਿਗੁਰੂ ਕੋਲੇ ਸਾਰੀਆਂ ਕਲਾ ਨੇ, ਸਾਰੇ ਗੁਣ ਉਹਦੇ ਕੋਲ ਨੇ। ਸਾਨੂੰ ਕਿਸੇ ਨੂੰ ਉਹ ਇੱਕ ਗੁਣ ਦੇ ਦਿੰਦਾ, ਕਿਸੇ ਨੂੰ 2 ਗੁਣ ਦੇ ਦਿੰਦਾ। ਇਹ ਵੀ ਇੱਕ ਗੁਣ ਹੈ ਜਿਹੜਾ ਸ਼ਬਦ ਤੇ ਸੂਰਤ ਦਾ ਸੁਮੇਲ ਕਰਕੇ ਨਾਮ ਜਪਣਾ। ਜੇ ਸ਼ਬਦ ਤੇ ਸੂਰਤ ਦਾ ਸੁਮੇਲ ਨਾ ਹੋਵੇ ਫਿਰ ਪੱਲੇ ਕੁਝ ਨਹੀਂ ਪੈਂਦਾ, ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਜੇ ਸ਼ਬਦ ਤੇ ਸੂਰਤ ਦਾ ਸੁਮੇਲ ਨਹੀਂ ਹੈਗਾ ਫਿਰ ਪੱਲੇ ਨਹੀਂ ਕੁਝ ਪੈਂਦਾ, ਪ੍ਰਾਪਤੀ ਨਹੀਂ ਕੁਝ ਹੁੰਦੀ। ਫਿਰ ਕਿਉਂ ਨਹੀਂ ਹੁੰਦੀ? ਸਾਡੇ ਹੱਥ ਦੇ ਵਿੱਚ ਗੁਟਕਾ ਸਾਹਿਬ ਪਕੜਿਆ ਹੋਇਆ ਹੈ, ਅਸੀਂ ਬਾਣੀ ਪੜ੍ਹ ਰਹੇ ਹਾਂ। ਹੁਣ ਅੱਖਾਂ ਦਾ ਕੰਮ ਹੈ ਵੇਖਣਾ। ਅੱਖਾਂ ਜਿਹੜੀਆਂ ਨੇ ਉਹ ਕੇਵਲ ਵੇਖ ਸਕਦੀਆਂ ਨੇ, ਸਮਝ ਅੱਖਾਂ ਨੂੰ ਕੁਝ ਵੀ ਨਹੀਂ ਹੈਗੀ। ਅੱਖਾਂ ਨੇ ਜਿਹੜੀਆਂ, ਇਹ ਉਹ ਜੰਤਰ ਹੈ, ਉਹ ਸਾਧਨ ਹੈ ਜਿਹੜਾ ਕੇਵਲ ਵੇਖ ਸਕਦਾ ਹੈ, ਪਰ ਇਹਨਾਂ ਨੂੰ ਸਮਝ ਕੋਈ ਵੀ ਨਹੀਂ। ਅੱਖਾਂ ਨੇ ਵੇਖਿਆ,
ਇਹਨਾਂ ਦਾ ਸੰਬੰਧ ਸਾਡੇ ਅੰਦਰ ਦਿਮਾਗ ਦੇ ਨਾਲ ਏ। ਅੱਖਾਂ ਵੇਖ ਕੇ ਦਿਮਾਗ ਨੂੰ ਉਹ ਨਕਸ਼ਾ ਦੇ ਦਿੰਦੀਆਂ ਨੇ, ਜਿਵੇਂ ਕੈਮਰਾ ਫੋਟੋ ਖਿੱਚ ਕੇ ਤੇ ਕਿਸੇ ਨੂੰ ਭੇਜ ਦੇਵੇ। ਜਿਹੜੇ ਭਾਈ ਨੇ ਕੈਮਰੇ ਦੇ ਨਾਲ ਫੋਟੋ ਖਿੱਚੀ ਹੈ, ਪਤਾ ਉਹਨੂੰ ਵੀ ਕੋਈ ਨਹੀਂ ਵੀ ਇਹ ਕੌਣ ਹੈ। ਉਹ ਪਛਾਣ ਵਾਲੇ ਨੂੰ ਭੇਜੇਗਾ, ਉਹ ਫਿਰ ਪਛਾਣ ਕਰੇਗਾ, ਹਾਂ ਮੈਨੂੰ ਜਾਣਦਾ, ਇਹਦਾ ਨਾਮ ਇਹ ਹੈ, ਇਹ ਫਲਾਣੇ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਇਤਨੀ ਕੁ ਉਮਰ ਦਾ, ਇਹ ਇਹਦਾ ਪਰਿਵਾਰ ਹੈ। ਹੁਣ ਫੋਟੋ ਖਿੱਚਣ ਵਾਲੇ ਨੂੰ ਕੁਝ ਵੀ ਨਹੀਂ ਪਤਾ, ਅੱਖਾਂ ਨੂੰ ਪਤਾ ਕੁਝ ਵੀ ਨਹੀਂ। ਅੱਖਾਂ ਫੋਟੋ ਖਿੱਚ ਕੇ ਵੇਖ ਕੇ ਤੇ ਦਿਮਾਗ ਨੂੰ ਦੱਸ ਦਿੰਦੀਆਂ ਨੇ। ਦਿਮਾਗ ਦੇ ਕੋਲੇ ਕਲਾ ਹੈ, ਦਿਮਾਗ ਦੇ ਵਿੱਚ ਇਹ ਗੁਣ ਹੈ। ਦਿਮਾਗ ਉਹਨੂੰ ਸਮਝ ਲੈਂਦਾ ਹੈ ਵੀ ਸੱਸਾ ਰਾਰਾ ਤੇ ਬੱਬਾ ਇਹ ਸਰਬ ਬਣ ਗਿਆ, ਕੱਕਾ ਲੱਲਾ ਤੇ ਲੱਲੇ ਨੂੰ ਕੰਨਾ ਇਹ ਕਲਾ ਬਣ ਗਿਆ। ਨਿੱਕੇ ਹੁੰਦੇ ਬੱਚੇ ਇਸ ਤਰ੍ਹਾਂ ਹੀ ਪੜ੍ਹਦੇ ਨੇ ਨਾ, ਕਿਉਂਕਿ ਅਜੇ ਅੱਖਾਂ ਵੇਖ ਤਾਂ ਰਹੀਆਂ ਨੇ, ਦਿਮਾਗ ਕੇ ਜਿਹੜਾ ਉਹਦੇ ਵਿੱਚ ਇਹ ਗੁਣ ਪੱਕਿਆ ਨਹੀਂ, ਵਧਿਆ ਨਹੀਂ। ਹੁਣ ਦਿਮਾਗੇ ਜਿਹੜਾ ਇਹਨੇ ਸਮਝ ਲਿਆ ਹੈ, ਅੱਖਾਂ ਵੇਖਦੀਆਂ ਨੇ, ਬੋਲ ਨਹੀਂ ਸਕਦੀਆਂ। ਜ਼ਬਾਨ ਹੈ ਜਿਹੜੀ ਇਹ ਬੋਲ ਸਕਦੀ ਹੈ, ਵੇਖ ਨਹੀਂ ਸਕਦੀ। ਫਿਰ ਦਿਮਾਗ ਨੇ ਜ਼ਬਾਨ ਨੂੰ ਆਖਿਆ ਵੀ ਇਹਨੂੰ ਤੂੰ ਹੁਣ ਅੱਗੇ ਸ਼ਬਦ ਬਣਾ ਕੇ ਸੰਗਤ ਦੇ ਵਿੱਚ ਦੱਸਣਾ ਕਰ ਵੀ ਇਹ ਕਲਾ ਹੈ, ਇਹ ਬਾਣ ਆਈ ਹੈ, ਇਹ ਸਰਬ ਹੈ, ਇਹ ਦਿਆਲਾ ਹੈ। ਅੱਖਾਂ ਵੇਖ ਰਹੀਆਂ ਨੇ, ਦਿਮਾਗ ਹੈ ਜਿਹੜਾ ਉਹ ਸਮਝ ਰਿਹਾ ਹੈ, ਤੇ ਜ਼ਬਾਨ ਹੈ ਜਿਹੜੀ ਇਹ ਬੋਲ ਰਹੀ ਹੈ। ਤੇ ਇਹਦੇ ਵਿੱਚ ਇੱਕ ਪ੍ਰਵਾਹ ਚੱਲ ਗਿਆ ਹੈ। ਜਦੋਂ ਅਸੀਂ ਬਾਣੀ ਚੱਲਦੇ ਹਾਂ ਨਾ, ਇਹ ਬਾਣੀ ਦਾ ਪ੍ਰਵਾਹ ਚੱਲ ਜਾਂਦਾ ਹੈ। ਜਿਵੇਂ ਟੂਟੀ ਖੋਲ ਦਿੱਤੀ ਹੈ ਤੇ ਪਾਣੀ ਦਾ ਪ੍ਰਵਾਹ ਚੱਲ ਗਿਆ ਹੈ, ਅੱਗੇ ਤੋਂ ਪਿੱਛੋਂ ਨਵਾਂ ਆਈ ਜਾਏਗਾ ਤੇ ਅਗਲਾ ਜਿਹੜਾ ਉਹ ਅੱਗੇ ਗੁਜ਼ਰੀ ਜਾਏਗਾ। ਇਹਨੂੰ ਪ੍ਰਵਾਹ ਆਖਦੇ ਨੇ। ਨਦੀਆਂ ਨਾਲਿਆਂ ਦਾ ਜਲ ਜਦੋਂ ਅੱਗੇ ਜਾ ਰਿਹਾ ਤੇ ਇਹ ਜਲ ਦਾ ਪ੍ਰਵਾਹ ਹੋ ਰਿਹਾ ਹੈ। ਅਸੀਂ ਜਦੋਂ ਛਿੱਟਾ ਦਿੰਦੇ ਆਖਦੇ ਨਾ ਜਲ ਪ੍ਰਵਾਹ ਕਰੋ, ਭਾਈ ਪਾਣੀ ਛਿੜਕਦੇ ਜਾਓ, ਬੋਲੀਆਂ ਨੇ ਅੱਡ ਅੱਡ। ਹੁਣ ਇਹ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਇਸ ਪ੍ਰਵਾਹ ਦੇ ਵਿੱਚ ਇਸ਼ਨਾਨ ਕਿਹਨੇ ਕਰਨਾ ਹੈ? ਮਨ ਨੇ ਇਸ਼ਨਾਨ ਕਰਨਾ ਹੈ। ਇਸ ਪ੍ਰਵਾਹ ਦੇ ਵਿੱਚ ਇਸ਼ਨਾਨ ਕਰਨਾ ਮਨ ਨੇ। ਹੁਣ ਟੂਟੀ ਖੋਲ ਰਹੀ ਹੈ ਤੇ ਸਰੀਰ ਟੂਟੀ ਦੇ ਪਾਣੀ ਦੇ ਥੱਲੇ ਨਹੀਂ ਹੋ ਰਿਹਾ, ਤੇ ਉਸ ਤੋਂ ਬਾਅਦ ਇਹ ਆਖੇ ਮੇਰਾ ਇਸ਼ਨਾਨ ਹੋ ਗਿਆ, ਤੇ ਕਿੱਥੇ ਇਸ਼ਨਾਨ ਹੋਇਆ? ਪਾਣੀ ਤਾਂ ਕਿਤੇ ਹੋਰ ਹੀ ਡੁੱਲੀ ਗਿਆ ਨਾ। ਉਸੇ ਤਰ੍ਹਾਂ ਅੱਖਾਂ ਵੇਖ ਰਹੀਆਂ ਨੇ, ਦਿਮਾਗ ਬੁੱਧੀ ਸਮਝ ਰਹੀ ਹੈ, ਰਸਨਾ ਬੋਲ ਰਹੀ ਹੈ, ਮਨ ਨੂੰ ਪਤਾ ਹੀ ਕੁਝ ਨਹੀਂ, ਮਨ ਨੂੰ ਸਮਝੀ ਕੁਝ ਨਹੀਂ। ਕਿਉਂ? ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੋਇਆ। ਸੁਰਤ ਜਿਹੜੀ ਉਹ ਸ਼ਬਦ ਵਿੱਚ ਟਿਕੀ ਨਹੀਂ। ਜਦੋਂ ਤੱਕ ਸੁਰਤ ਸ਼ਬਦ ਦੇ ਵਿੱਚ ਨਹੀਂ ਟਿਕਦੀ ਤੇ ਮਨ ਜਿਹੜਾ ਇਹ ਇਸ ਪ੍ਰਵਾਹ ਦੇ ਵਿੱਚ ਇਸ਼ਨਾਨ ਨਹੀਂ ਕਰ ਸਕੇਗਾ। ਹੁਣ ਗੁਰੂ ਮਹਾਰਾਜ ਜੀ ਨੇ ਇੱਥੇ ਸਾਨੂੰ ਇਹ ਗੱਲ ਦੱਸੀ ਹੈ, ਜਨ ਨਾਨਕ ਪ੍ਰਭ ਭਏ ਦਇਆਲਾ। ਜਦੋਂ ਦੀ ਦਇਆ ਹੋਵੇ ਨਾ, ਉਹਦੀ ਕਿਰਪਾ ਹੋਵੇ, ਸਰਬ ਕਲਾ ਬਣਾਈ। ਫਿਰ ਸਾਰੀਆਂ ਵਿਧੀਆਂ ਜਿਹੜੀਆਂ ਨੇ ਉਹ ਸਮਝ ਦੇ ਵਿੱਚ ਆ ਜਾਂਦੀਆਂ ਨੇ। ਕਿਵੇਂ ਨਾਮ ਜਪਣਾ ਹੈ, ਕਿਵੇਂ ਮਨ ਨੂੰ ਵਸ ਦੇ ਵਿੱਚ ਰੱਖਣਾ ਹੈ, ਕਿਵੇਂ ਇਕਾਗਰ ਬਿਰਤੀ ਕਰਨੀ ਹੈ, ਤੇ ਅੱਗੇ ਜਿਹੜਾ ਵਧਣਾ ਉਹ ਕਿਵੇਂ ਵਧਣਾ। ਇਹ ਸਾਰੇ ਗੁਣ ਨੇ ਨਾ ਜਿਹੜੇ ਇਹ ਆਪੇ ਫਿਰ ਬਣਨ ਲੱਗ ਜਾਂਦੇ ਨੇ। ਤਾਂ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਉੱਥੇ ਵੀ ਇਹੀ ਅਰਥ ਹੈ, ਮਨ ਜਿਹੜਾ ਇਹ ਨਾਮ ਦੇ ਵਿੱਚ ਵਸ ਜਾਂਦਾ ਹੈ ਜੇ ਉਸ ਪਰਮਾਤਮਾ ਦੀ ਪੂਰੀ ਕਿਰਪਾ ਹੋਵੇ। ਹੁਣ ਗੁਰੂ ਜੀ ਦੱਸਦੇ ਨੇ ਸਰਬ ਕਲਾ ਬਣਾਈ, ਉਸ ਵਾਹਿਗੁਰੂ ਨੇ ਸਾਡੇ ਤੇ ਦਇਆ ਕੀਤੀ ਹੈ, ਕਿਰਪਾ ਕੀਤੀ ਹੈ। ਨਾਮ ਜਪਣ ਵਾਲੇ ਜਿਹੜੇ ਗੁਣ ਨੇ, ਜਿਹੜੀਆਂ ਵਡਿਆਈਆਂ ਨੇ, ਉਹ ਸਾਨੂੰ ਸਾਰੀਆਂ ਬਣ ਆਈਆਂ ਨੇ। ਭਾਵ ਸਮਝ ਆ ਗਈ ਹੈ, ਵਿਧੀ ਆ ਗਈ ਹੈ, ਤਰੀਕਾ ਆ ਗਿਆ ਹੈ ਜੀ। ਆਨੰਦਾ ਬਜਹ ਨਿਤ ਵਾਜੇ, ਪਾਰ ਬ੍ਰਹਮ ਮਨ ਬੂਠਾ ਰਾਮ। ਹੁਣ ਪਹਿਲੀ ਪੌੜੀ ਦੇ ਵਿੱਚ ਇਹ ਦੱਸਿਆ ਸੀ ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਆਖਣਾ ਹੈ, ਤੇ ਧਿਆਨ ਹੈ ਜਿਹੜਾ ਸੁਰਤ ਜਿਹੜੀ ਉਸ ਦੀ ਧੁਨ ਦੇ ਵਿੱਚ ਰੱਖਣੀ ਹੈ। ਫਿਰ ਇਹਨੂੰ ਕੰਠ ਦੇ ਵਿੱਚ ਲੈ ਜਾਣਾ ਹੈ, ਸੁਰਤ ਨੂੰ ਫਿਰ ਸ਼ਬਦ ਦੇ ਵਿੱਚ ਜੋੜ ਕੇ ਰੱਖਣਾ ਹੈ, ਫਿਰ ਹਿਰਦੇ 'ਚ ਲੈ ਜਾਣਾ ਹੈ। ਇੱਥੇ ਫਿਰ ਧਿਆਨ ਹੈ ਜਿਹੜਾ ਇਹ ਸੁਰਤ ਜਿਹੜੀ ਸ਼ਬਦ ਦੇ ਵਿੱਚ ਹੋਣੀ ਚਾਹੀਦੀ ਹੈ। ਫਿਰ ਇਹਨੂੰ ਪਰਾਬਾਣੀ ਦੇ ਵਿੱਚ ਲੈ ਜਾਣਾ ਹੈ, ਨਾਭੀ 'ਚ ਲੈ ਜਾਣਾ। ਜੇ ਪਰਾਬਾਣੀ ਦੀ ਸਮਝ ਨਹੀਂ ਆਉਂਦੀ ਤੇ ਨਾਭੀ ਦੀ ਤਾਂ ਸਮਝ ਆਉਂਦੀ ਹੈ ਨਾ, ਧੁਨੀ ਆਖ ਦਿੰਦੇ ਹਾਂ ਅਸੀਂ। ਇੱਥੇ ਲੈ ਜਾਣਾ, ਇਹਨੂੰ ਇੱਥੇ ਲੈ ਜਾਣਾ, ਤੇ ਸੁਰਤ ਜਿਹੜੀ ਉਦੋਂ ਫਿਰ ਇੱਥੇ ਹੋਣੀ ਚਾਹੀਦੀ ਹੈ। ਜਦੋਂ ਇੱਥੇ ਸੁਰਤ ਜਿਹੜੀ ਟਿਕ ਜਾਏਗੀ ਤੇ ਵਾਹਿਗੁਰੂ ਸ਼ਬਦ ਦੀ ਚੋੜ ਦੇ ਨਾਲ ਨਾਭੀ ਖੁੱਲੇਗੀ, ਤੇ ਫਿਰ ਅੱਗੇ ਦੀ ਜਿਹੜੀ ਪ੍ਰਾਪਤੀ ਹੈ ਉਹਨੂੰ ਅਨਹਦ ਸ਼ਬਦ ਆਖਿਆ ਜਾਂਦਾ ਹੈ। ਆਨੰਦਾ, ਇੱਥੇ ਖੁਸ਼ੀ ਹੋ ਗਈ ਹੈ, ਇੱਥੇ ਆਨੰਦ ਵੱਜ ਗਿਆ। ਵੱਜੇ, ਇੱਥੇ ਹੁਣ ਆਨੰਦ ਵੱਜਣ ਲੱਗ ਗਿਆ। ਕਿਵੇਂ? ਜਿਵੇਂ ਨਗਾਰੇ ਤੇ ਚੋਟ ਵੱਜਦੀ ਹੈ, ਸਾਜ਼ ਵੱਜਦਾ ਹੈ, ਤੇ ਸਾਨੂੰ ਖੁਸ਼ੀ ਹੁੰਦੀ ਹੈ ਨਾ ਸਾਜ਼ ਦੀ ਤਰੰਗ ਨੂੰ ਸੁਣ ਕੇ, ਆਵਾਜ਼ ਨੂੰ ਸੁਣ ਕੇ। ਆਨੰਦਾ ਵਜਹਿ ਨਿਤ ਵਾਜੇ, ਇਹ ਹੁਣ ਇੱਕਰੀ ਵੱਜ ਕੇ ਨਹੀਂ ਬੰਦ ਹੋਏਗਾ, ਤਾਂ ਹੀ ਤੇ ਇਹਨੂੰ ਅਨਾਹਦ ਆਖਿਆ। ਅਣਹੱਦ ਵੀ ਆਖੇ, ਇਹਦੀ ਹੱਦ ਕੋਈ ਨਹੀਂ।
ਹੁਣ ਇੱਕ ਹਾਰਮੋਨੀਅਮ ਵਜਾ ਰਿਹਾ, ਉਹਦੀ ਹੱਦ ਘੰਟਾ ਵਜਾ ਲੇਗਾ, 2 ਘੰਟੇ ਵਜਾ ਲੇਗਾ, 3 ਘੰਟੇ ਵਜਾ ਲੇਗਾ, ਕਦੇ ਤਾਂ ਬੰਦ ਕਰੇਗਾ ਨਾ। ਉਹਦੀ ਹੱਦ ਉਸ ਤੋਂ ਜ਼ਿਆਦਾ ਨਹੀਂ ਵਜਾ ਸਕਦਾ, ਥੱਕ ਜਾਏਗਾ। ਸਰੀਰ ਜਿਹੜਾ ਹੈ ਉਹਦੀ ਕੰਪੈਸਿਟੀ ਖਤਮ ਹੋ ਜਾਏਗੀ। ਅਨਾਹਦ, ਇਸ ਦਾ ਅੰਤ ਕੋਈ ਨਹੀਂ, ਹੱਦ ਕੋਈ ਨਹੀਂ। ਆਨੰਦਾ ਵਜੇ ਨਿਤ ਵਾਜੇ, ਉਸ ਪ੍ਰਭੂ ਪਰਮਾਤਮਾ ਦੀ ਰਹਿਮਤ ਕਿਰਪਾ ਦੇ ਨਾਲ ਉਸ ਦੀ ਬਾਣੀ, ਉਸ ਦੇ ਨਾਮ ਦੀ ਧੁਨ ਇਹ ਅੰਦਰ ਵੱਜਣ ਲੱਗ ਗਈ ਹੈ, ਜਿਹਦੇ ਨਾਲ ਆਨੰਦ ਵੱਜ ਗਿਆ। ਤੇ ਵੱਜਦੀ ਕਿਵੇਂ? ਨਿਤ ਵਾਜੇ, ਇਹ ਨਿਤਾ ਪ੍ਰਤੀ ਵੱਜਦੀ ਹੈ। ਪਾਰ ਬ੍ਰਹਮ ਮਨ ਬੂਠਾ ਰਾਮ, ਹੁਣ ਮਨ ਨੇ ਜਿਹੜਾ ਇਹ ਪ੍ਰਭੂ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਗਿਆ ਹੈ। ਪਾਰ ਬ੍ਰਹਮ, ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਆਖ ਲੋ। ਮਨ ਬੂਠਾ ਰਾਮ, ਇਹ ਮਨ ਦੇ ਵਿੱਚ ਵਸ ਗਿਆ। ਬੂਠਾ ਦਾ ਅਰਥ ਹੁੰਦਾ ਵਸ ਜਾਣਾ, ਬੂਠਾ ਦਾ ਅਰਥ ਹੁੰਦਾ ਲੱਗ ਜਾਣਾ, ਬੂਠਾ ਦਾ ਅਰਥ ਹੁੰਦਾ ਮਗਨ ਹੋ ਜਾਣਾ। ਹੁਣ ਮਨ ਨਾ ਜਿਹੜਾ ਇਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਮਗਨ ਹੋ ਗਿਆ, ਮਸਤ ਹੋ ਗਿਆ, ਵਸਣ ਲੱਗ ਗਿਆ ਹੈ ਜੀ। ਗੁਰਮੁਖੀ ਸੱਚ ਕਰਨੀ ਸਾਰੀ, ਬਿਨ ਸੇ ਭ੍ਰਮ ਭੈ ਝੂਠਾ ਰਾਮ। ਇਹਨੂੰ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਗੁਰਮੁਖ ਹੋ ਗਿਆ। ਇਹ ਜੇ ਗੁਰਮੁਖ, ਮੇਰੇ ਖਿਆਲ ਅੱਜ ਗੁਰਮੁਖ ਦੇ ਅਰਥ ਨੇ ਜਿਹੜੇ ਉਹ ਸਮਝ ਦੇ ਵਿੱਚ ਆਏ ਨੇ। ਪਹਿਲੂ ਤਾਂ ਇੱਕ ਯਤਨ ਹੀ ਸੀਗਾ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨਾਮ ਜਪਣ ਵਾਲਿਆਂ ਨੂੰ ਨਾ ਇਸ ਤਰ੍ਹਾਂ ਵਡਿਆਉਂਦੇ ਨੇ। ਗੁਰੂ ਜੀ ਕਹਿੰਦੇ ਨੇ ਤੁਸੀਂ ਸੰਸਾਰੀ ਭਾਵੇਂ ਉਹਨੂੰ ਗੁਰਮੁਖ ਆਖੋ, ਭਾਵੇਂ ਸੰਤ ਆਖੋ, ਭਾਵੇਂ ਭਗਤ ਆਖੋ, ਤੇ ਅਸੀਂ ਉਹਨੂੰ ਆਖਾਂਗੇ ਪਾਤਸ਼ਾਹੀ ਪਾਤਸ਼ਾਹੋ। ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਨਾਮ ਜਪਣ ਵਾਲਾ ਜਿਹੜਾ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਗੁਰਮੁਖ ਉਹਨੂੰ ਆਖਾਂਗੇ। ਗੁਰਮੁਖੇ ਸੱਚ ਕਰਨੀ, ਇਹ ਹੁਣ ਗੁਰਮੁਖ ਹੋ ਗਿਆ, ਇਹ ਗੁਰਮੁਖ ਹੋ ਗਿਆ, ਇਹਨੇ ਪ੍ਰਾਪਤੀ ਕਰ ਲਈਏ। ਸੱਚ ਕਰਨੀ, ਕਰਨੀ ਤੋਂ ਭਾਵ ਜੋ ਵੀ ਕਰਦਾ ਨਾ ਇਹ ਸੱਚ ਕਰਦਾ ਹੈ। ਹੁਣ ਇਹ ਝੂਠ ਨਹੀਂ ਕਰਦਾ, ਇਹਦਾ ਕੀਤਾ ਕੁਝ ਵੀ ਝੂਠ ਨਹੀਂ ਹੋਏਗਾ, ਕੁਝ ਵੀ ਗਲਤ ਨਹੀਂ ਹੋਏਗਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਥੇ ਨਾ ਹੁਣ ਇੱਕ ਮੈਨੂੰ ਗੱਲ ਯਾਦ ਆ ਗਈ ਏ, ਮੈਂ ਆਪ ਜੀ ਨੂੰ ਉਹ ਜ਼ਰੂਰ ਦੱਸਾਂਗਾ। ਕਿਸੇ ਅਸਥਾਨ ਤੇ ਨਾ ਛੋਟੀ ਉਮਰ ਸੀ ਮੇਰੀ, ਅਜੇ 22 ਸਾਲ ਦੀ ਉਮਰ ਸੀ, ਤੇ ਸੰਗਤਾਂ ਦੇ ਵੱਲੋਂ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਕਥਾ ਕਰਨੀ ਸੀ ਤੇ ਉਹ ਗੁਰੂ ਘਰ ਸੀ ਜਿਹੜਾ ਉਹ ਨਾਨਕਸਰ ਸੰਪਰਦਾ ਦੇ ਨਾਲ ਜੁੜਿਆ ਹੋਇਆ ਸੀ। ਤੇ ਨਾਨਕਸਰ ਸੰਪਰਦਾ ਨਾਲ ਜੁੜਿਆ ਹੋਣ ਕਰਕੇ ਜਦੋਂ ਕਥਾ ਦਾ ਸਮਾਂ ਹੋਇਆ ਤੇ ਮੈਂ ਕਿਹਾ ਭਾਈ ਇੱਕ ਚਾਦਰ ਲਿਆ ਦਿਓ, ਚਾਦਰ ਤੇ ਬੈਠ ਕੇ ਆਪਾਂ ਕਥਾ ਕਰਾਂਗੇ। ਉਹ ਕਹਿੰਦੇ ਜੀ ਸੰਤ ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਟੋਇਆ ਪੱਟ ਕੇ ਨਾ ਉਹਦੇ 'ਚ ਬਹਿ ਕੇ ਤੇ ਫਿਰ ਕਥਾ ਕਰਿਆ ਕਰਦੇ ਸਨ, ਤੇ ਤੁਸੀਂ ਸੰਗਤ ਦੇ ਵਿੱਚ ਚਾਦਰ ਮੰਗ ਲਈਏ। ਮੈਂ ਕਿਹਾ ਜੀ ਉਹ ਮਹਾਂਪੁਰਸ਼ ਸਨ, ਸੰਤ ਸਨ, ਉਹਨਾਂ ਦੀ ਗੱਲ ਉਹਨਾਂ ਨਾਲੇ, ਉਹਨਾਂ ਦੀ ਅਵਸਥਾ ਉਹਨਾਂ ਨਾਲੇ, ਮੈਂ ਗੁਰੂ ਦੀ ਮਰਿਆਦਾ ਨੂੰ ਨਹੀਂ ਤੋੜਾਂਗਾ। ਕਹਿੰਦੇ ਜੀ ਕਿਹੜੇ ਗੁਰੂ ਦੀ ਮਰਿਆਦਾ ਬਣਾਈ ਹੋਈ ਹੈ? ਮੈਂ ਧੰਨ ਗੁਰੂ ਅਮਰਦਾਸ ਜੀ ਦੀ। ਚਲੋ ਅੱਜ ਇਹ ਵੀ ਪਤਾ ਲੱਗੇਗਾ ਨਾ ਵੀ ਇਹ ਵੀ ਮਰਿਆਦਾ ਗੁਰੂ ਅਮਰਦਾਸ ਜੀ ਨੇ ਬਣਾਈ ਹੈ। ਇਸ ਤਰ੍ਹਾਂ ਗੱਲ ਚੋਂ ਗੱਲ ਨਿਕਲ ਪੈਂਦੀ ਹੈ। ਮੈਨੂੰ ਕਹਿੰਦੇ ਜੀ ਕਦੋਂ ਬਣਾਈਏ? ਮੈਂ ਕਿਹਾ ਗੁਰੂ ਮਹਾਰਾਜ ਜੀ ਨੇ ਨਾ 22 ਮਸਨਦ ਚੁਣੇ ਸਨ। ਮਸਨਦ ਦਾ ਅਰਥ ਹੁੰਦਾ ਮੰਜੀ। ਧੰਨ ਗੁਰੂ ਅਮਰਦਾਸ ਜੀ ਨੇ ਨਾ 22 ਮਸਨਦ ਚੁਣੇ ਸਨ। 22 ਮਸਨਦ ਸਨ, ਜਿਨ੍ਹਾਂ ਵਿੱਚੋਂ 3 ਬੀਬੀਆਂ ਸਨ ਤੇ 19 ਜਿਹੜੇ ਸਨ ਇਹ ਪੁਰਖ ਸਨ। ਇਹਨਾਂ ਦੀ ਟੋਟਲ ਗਿਣਤੀ 22 ਸੀ, ਜਿਨ੍ਹਾਂ ਵਿੱਚੋਂ 3 ਬੀਬੀਆਂ ਸਨ ਤੇ 19 ਜਿਹੜੇ ਸਨ ਇਹ ਗੁਰਮੁਖ ਸਨ। ਇਹਨਾਂ 19 ਦੇ ਵਿੱਚੋਂ ਇੱਕ ਮੁਸਲਮਾਨ ਵੀ ਸੀ। ਮੈਂ ਸਮਾਂ ਹੋ ਗਿਆ ਥੋੜਾ ਜਿਹਾ ਸਾਰਿਆਂ ਦੇ ਨਾਂ ਨਹੀਂ ਦੱਸਾਂਗਾ, ਸੰਕੋਚ ਦੇ ਨਾਲ ਆਪਾਂ ਗੱਲ ਨੂੰ ਸਮਝਣਾ ਹੈ। ਉਹਨਾਂ ਨੂੰ ਆਖਿਆ ਸੀ ਵੀ ਇਹਨਾਂ ਨੂੰ ਮੰਜੀਆਂ ਦਿੱਤੀਆਂ, ਭਾਵ ਮਸਨਦ ਬਣਾਏ ਨੇ। ਇਹ ਮਸਨਦ ਦਾ ਅਰਥ ਹੁੰਦਾ ਮੰਜੀ, ਤੇ ਔਰੰਗ ਦਾ ਅਰਥ ਹੁੰਦਾ ਤਖਤ। ਔਰੰਗ ਦਾ ਅਰਥ ਹੁੰਦਾ ਤਖਤ ਤੇ ਮਸਨਦ ਦਾ ਅਰਥ ਹੁੰਦਾ ਮੰਜੀ। ਹੁਣ ਜਿਹੜਾ ਔਰੰਗ ਹੈ ਨਾ, ਜਿਹੜਾ ਤਖਤ ਹੈ, ਇਹ ਤਾਂ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੈ। ਤੇ ਗੁਰੂ ਅਮਰਦਾਸ ਜੀ ਨੇ ਛੋਟੇ ਅਹੁਦੇ, ਛੋਟੀਆਂ ਪਦਵੀਆਂ ਦਿੱਤੀਆਂ ਨੇ, ਉਹਨਾਂ ਨੂੰ ਮਸਨਦ ਆਖਿਆ ਹੈ। ਵੀ ਤੁਸੀਂ ਨਾ ਸੰਗਤ ਦੇ ਵਿੱਚ ਜਦੋਂ ਵੀ ਗੁਰਬਾਣੀ ਦਾ, ਗੁਰੂ ਦੀ ਸਿੱਖਿਆ ਦਾ ਉਪਦੇਸ਼ ਦੇਣਾ, ਮੰਜੀ ਤੇ ਬਹਿ ਕੇ ਦੇਣਾ, ਤੁਸੀਂ ਮਸਨਦ ਹੋ। ਮੇਰੇ ਖਿਆਲ ਗੱਲ ਪਕੜ 'ਚ ਨਹੀਂ ਆਈ ਤੇ ਮੈਂ ਅੱਗੇ ਇਵੇਂ ਜਾਵਾਂਗਾ ਵੀ ਨਹੀਂ। ਇੱਕ ਰਾਜਾ ਹੈ,
ਉਹ ਤਖਤ ਤੇ ਬੈਠਾ ਹੈ ਤੇ ਉਹਦੇ ਜਿਹੜਾ ਵਜ਼ੀਰ ਹੈ ਨਾ ਉਹ ਆਮ ਲੋਕਾਂ ਦੇ ਵਿੱਚ ਨਹੀਂ ਬੈਠੇਗਾ। ਵਜ਼ੀਰ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਨਹੀਂ ਬੈਠੇਗਾ, ਉਹਦਾ ਵੀ ਇੱਕ ਤਖਤ ਹੋਏਗਾ, ਲੇਕਿਨ ਉਹ ਤਖਤ ਜਿਹੜਾ ਹੈ ਨਾ ਉਹ ਔਰੰਗ ਨਹੀਂ ਹੋਏਗਾ, ਉਹ ਮਸਨਦ ਹੋਏਗਾ, ਭਾਵ ਉਦੋਂ ਛੋਟੀ ਪਦਵੀ ਹੋਏਗੀ। ਅਸੀਂ ਵੇਖਦੇ ਹਾਂ ਨਾ ਕਚਹਿਰੀਆਂ 'ਚ ਜਾਂਦੇ ਹਾਂ ਤੇ ਜੱਜ ਉੱਚਾ ਬੈਠਾ ਹੁੰਦਾ ਤੇ ਉਹਦਾ ਜਿਹੜਾ ਰੈਡਰ ਹੁੰਦਾ ਬੈਠਾ ਕੋਲ ਹੀ ਹੁੰਦਾ, ਨੀਵਾਂ ਹੋ ਕੇ ਬੈਠਾ ਹੁੰਦਾ ਹੈ। ਹੁਣ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਵੀ ਜਿਨ੍ਹਾਂ ਦੀ ਸੇਵਾ ਲੱਗੀ ਹੋਈ ਹੈ ਨਾ ਸੰਗਤ ਦੇ ਵਿੱਚ ਨਾਮ ਜਪਣ ਦੀ, ਨਾਮ ਜਪਾਉਣ ਦੀ, ਉਹ ਸਾਡੇ ਮਸਨਦ ਨੇ, ਭਾਵ ਛੋਟੇ ਵਜ਼ੀਰ ਨੇ ਸਾਡੇ, ਇਹ ਸਾਡੇ ਵਜ਼ੀਰ ਨੇ। ਤੇ ਔਰੰਗ ਜਿਹੜਾ ਤਖਤ ਹੈ ਉਹ ਧੰਨ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੈ। ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਤਖਤ ਦੇ ਮਾਲਕ ਨੇ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਔਰੰਗ, ਇਹ ਜਿਹੜਾ ਮੰਜੀ ਸਾਹਿਬ ਹੈ, ਇਹ ਜਿਹੜਾ ਇਹ ਤਖਤ ਹੈ ਇਹ ਔਰੰਗ ਹੈ। ਔਰੰਗ ਦਾ ਅਰਥ ਹੁੰਦਾ ਤਖਤ, ਤੇ ਤੁਸੀਂ ਆਖਦੇ ਹੋਗੇ ਔਰੰਗਜ਼ੇਬ, ਜੇਬ ਦਾ ਅਰਥ ਹੁੰਦਾ ਹੈ ਸੋਭਨੀਕ। ਔਰੰਗਜ਼ੇਬ ਤਖਤ ਨੂੰ ਸੋਭਾ ਦੇਣ ਵਾਲਾ। ਹੁਣ ਵੇਖੋ ਨਾ ਸੀ ਇਹਦਾ ਤਖਤ ਨੂੰ ਸੋਭਾ ਦੇਣ ਵਾਲਾ, ਤੇ ਪਰ ਇਹਨੇ ਤਾਂ ਤਖਤ ਨੂੰ ਬਦਨਾਮ ਹੀ ਕਰ ਦਿੱਤਾ ਸੀ। ਰਹੋ ਵਿਚਾਰ ਮੈਂ ਉਧਰ ਨਾ ਹੀ ਜਾਵਾਂ, ਸਮਾਂ ਵੀ ਉਧਰ ਇਸ਼ਾਰਾ ਚੱਕੀ ਜਾਂਦਾ। ਮਸਨਦ ਦਾ ਅਰਥ ਹੁੰਦਾ ਹੈ ਮੰਜਾ ਤੇ ਔਰੰਗ ਦਾ ਅਰਥ ਹੁੰਦਾ ਤਖਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਤਖਤ ਦੇ ਮਾਲਕ ਨੇ। ਅਸੀਂ ਤਖਤ ਦੇ ਮਾਲਕ ਨਹੀਂ, ਇਹਨਾਂ ਦੇ ਛੋਟੇ ਵਜ਼ੀਰ ਆ। ਤੇ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਮੰਜੀਆਂ ਸੌਂਪੀਆਂ ਨੇ, ਮਸਨਦ ਬਣਾਇਆ ਆਪਣੇ। ਇਹ ਮਸਨਦ ਤੋਂ ਹੀ ਮਸੰਦ ਸ਼ਬਦ ਚੱਲਿਆ ਅੱਗੇ, ਮਸਨਦ ਤੋਂ ਹੀ ਮਸੰਦ ਸ਼ਬਦ ਜਿਹੜਾ ਇਹ ਅੱਗੇ ਚੱਲਿਆ ਹੈ। ਤੇ ਇਸੇ ਤੋਂ ਫਿਰ ਅੱਗੇ ਮਹੰਤ ਚੱਲਿਆ। ਮਹੰਤ ਦਾ ਅਰਥ ਹੁੰਦਾ ਵੱਡਾ, ਭਈ ਆਮ ਲੋਕਾਂ ਦੇ ਨਾਲੋਂ ਇਹ ਵੱਡਾ ਹੈ। ਹੁਣ ਮਹੰਤ ਤੋਂ ਕੀ ਬਣ ਗਿਆ? ਜਥੇਦਾਰ ਬਣ ਗਿਆ, ਵੀ ਆਮ ਲੋਕਾਂ ਤੋਂ ਇਹ ਜਥੇਦਾਰ ਇਹ ਵੱਡਾ ਹੈ, ਜਥੇ ਦਾ ਦਾਰ, ਜਥੇ ਦਾ ਮਾਲਕ ਹੈ। ਸੋ ਫਿਰ ਮੈਂ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਜਿਵੇਂ ਆਪ ਜੀ ਦੇ ਨਾਲ ਵਿਚਾਰਾਂ ਕੀਤੀਆਂ ਨੇ ਉੱਥੇ ਥੋੜ੍ਹੀਆਂ ਖੁੱਲੀਆਂ ਕਰ ਲਈਆਂ। ਤੇ ਗੱਲ ਜਿੱਥੋਂ ਚੱਲੀ ਹੈ ਉਹ ਗੱਲ ਇਸ ਤੋਂ ਚੱਲੀ ਹੈ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਮੁਖੇ ਸੱਚ ਕਰਨੀ ਸਾਰੀ। ਜਿਹੜੇ ਗੁਰਮੁਖ ਹੁੰਦੇ ਨੇ ਉਹ ਜੋ ਵੀ ਕਰਦੇ ਨੇ ਨਾ ਸੱਚ ਦੀ ਕਰਦੇ ਨੇ। ਹੁਣ ਆਪਾਂ ਵੀ ਵੇਖੀਏ ਤੇ ਧੰਨ ਸੰਤ ਬਾਬਾ ਨੰਦ ਸਿੰਘ ਜੀ ਨੇ ਫਿਰ ਗੁਰੂ ਦੀ ਮਰਿਆਦਾ ਨੂੰ ਤੋੜਿਆ ਨਾ? ਨਹੀਂ, ਇਹ ਜਿਹੜੇ ਸੰਤ ਹੁੰਦੇ ਨੇ, ਸਾਧੂ ਹੁੰਦੇ ਨੇ, ਇਹ ਰਾਜਨੀਤੀਆਂ ਦੇ ਨਾਲੋਂ ਕਿਤੇ ਅੱਗੇ ਟੱਪੇ ਹੁੰਦੇ ਨੇ। ਮੈਂ ਕਹਿੰਦਾ ਜਿੰਨੀ ਇਹਨਾਂ ਨੂੰ ਰਾਜਨੀਤੀ ਆਉਂਦੀ ਉਨੀ ਕਿਸੇ ਨੂੰ ਆਉਂਦੀ ਨਹੀਂ। ਹੁਣ ਇੱਥੇ ਇੱਕ ਰਾਜਨੀਤੀ ਹੈ। ਰਾਜਨੀਤੀ ਕੀ? ਉਹ ਰਾਜਨੀਤੀ ਇਹ ਹੈ ਕਿ ਲੋਕੀ ਕੁਝ ਤਾਂ ਸਾਡੀ ਨਿੰਦਿਆ ਕਰਨਗੇ ਨਾ, ਕੁਝ ਤਾਂ ਆਖਣਗੇ ਨੇ ਧੰਨ ਗੁਰੂ ਅਮਰਦਾਸ ਜੀ ਦੀ ਜਿਹੜੀ ਮਰਿਆਦਾ ਹੈ ਉਹਨੂੰ ਤੋੜਿਆ, ਉਹਨੂੰ ਭੰਗ ਕੀਤਾ। ਇਸ ਤਰ੍ਹਾਂ ਦੇ ਹੋਰ ਵੀ ਕਈ ਕੌਤਕੇ ਕਰ ਜਾਂਦੇ ਨੇ ਵੀ ਲੋਕਾਂ ਨੂੰ ਪਤਾ ਨਾ ਲੱਗੇ। ਚਲੋ ਸਾਡੇ ਨਾਲ ਸਾਡਾ ਜਿਹੜਾ ਨਾ, ਜਿਵੇਂ ਪਿੱਛੇ ਆਪਾਂ ਪੜ੍ਹਿਆ ਸੀ ਖੁਸਰੋ ਦਾ ਲਿਖਿਆ ਹੋਇਆ, ਤੇ ਉਹਨੇ ਲਿਖਿਆ ਸੀ ਕਹਿੰਦਾ ਸ਼ੁਕਰ ਹੋਇਆ ਦੀਵਾਨਗੀ ਕਾਮ ਆ ਗਈ। ਕਹਿੰਦਾ ਅਸੀਂ ਜੇ ਕਮਲੇ ਜੇ ਬਣ ਕੇ ਰਹਿੰਦੇ ਆ ਨਾ ਤੇ ਇਹ ਕਮਲਾ ਪਾਨੇ ਜਿਹੜਾ ਇਹ ਸਾਡੇ ਕੰਮ ਤਾਂ ਆਇਆ ਨਾ। ਕੰਮ ਕਿਉਂ ਆਇਆ? ਕਿ ਕਿਹਨੂੰ ਕਿਹਨੂੰ ਜਾ ਕੇ ਸਮਝਾਉਂਦੇ ਵੀ ਤੂੰ ਇਸ ਤਰ੍ਹਾਂ ਨਾ ਕਰ, ਇਸ ਤਰ੍ਹਾਂ ਕਰ। ਗੁਰਮੁਖ ਪਿਆਰਿਆ, ਇਹ ਸਮਝਾਉਣ ਵਾਲਾ ਜਿਹੜਾ ਖਹਿੜਾ ਹੈ ਇਹ ਖਤਮ ਹੋਇਆ ਹੈ। ਇੱਧਰੋਂ ਸਾਡੀ ਖਲਾਸੀ ਹੋ ਗਈ ਹੈ। ਗੁਰਮੁਖੇ ਸੱਚ ਕਰਨੀ ਹੈ। ਗੁਰਮੁਖ ਹੋ ਗਿਆ ਜੋ ਵੀ ਕਰੇਗਾ ਸੱਚ ਹੀ ਕਰੇਗਾ। ਇਹ ਗੁਰਮੁਖ ਹੋ ਗਿਆ ਜੋ ਵੀ ਕਰੇਗਾ ਸੱਚ ਹੀ ਕਰੇਗਾ। ਗੁਰੂ ਦੀ ਮਰਿਆਦਾ ਦੇ ਉਲਟ ਨਹੀਂ ਕਰ ਰਿਹਾ, ਇਹ ਆਪਣੇ ਆਪ ਨੂੰ ਲੁਕਾਉਣ ਦਾ ਮਾਰਾ ਕਰ ਰਿਹਾ ਹੈ। ਬਿਨ ਸੇ ਭਰਮ, ਹੁਣ ਇਹਦੇ ਅੰਦਰ ਕੋਈ ਭਰਮ ਨਹੀਂ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਨਾ, ਜਦੋਂ ਇੱਥੇ ਪਹੁੰਚ ਗਿਆ ਤੇ ਫਿਰ ਉਹ ਪੰਜ ਕਕਾਰਾਂ ਦੀ ਜਿਹੜੀ ਮਰਿਆਦਾ ਨਾ ਉਹ ਕਈ ਵਾਰੀ ਢਿੱਲੀ ਕਰ ਦਿੰਦੇ ਨੇ, ਕਿਉਂਕਿ ਇਹਨਾਂ ਦੇ ਅੰਦਰ ਹੁਣ ਭਰਮ ਨਹੀਂ ਰਿਹਾ। ਭਰਮ ਕਿਉਂ ਨਹੀਂ ਰਿਹਾ? ਜਿਹੜੀ ਪ੍ਰਾਪਤੀ ਕਰਕੇ ਇਹ ਗਹਿਣੇ ਪਾਏ ਸੀ ਤੇ ਜਦੋਂ ਕੁੜੀ ਦਾ ਵਿਆਹ ਹੀ ਹੋ ਗਿਆ, ਧੀਆਂ ਪੁੱਤਰਾਂ ਵਾਲੀ ਹੋ ਗਈ, ਤਾਂ ਅਸੀਂ ਵੇਖਦੇ ਨੇ ਕਈ ਵੇਚ ਕੇ ਖਾ ਜਾਂਦੇ ਨੇ, ਕਈ ਪੇਟੀ 'ਚ ਸਾਂਭ ਦਿੰਦੇ ਨੇ। ਹੁਣ ਇਹਨਾਂ ਦੀ ਲੋੜ ਨਹੀਂ, ਇਹ ਗਹਿਣੇ ਨੇ, ਇਹਨਾਂ ਦੀ ਲੋੜ ਨਹੀਂ। ਇਹ ਸ਼ਿੰਗਾਰ ਹੈ, ਸ਼ਿੰਗਾਰ ਰਸ ਤੋਂ ਚੱਲੇ ਆ ਨਾ ਆਪਾਂ। ਤੇ ਸ਼ਾਂਤ ਰਸ ਸ਼ਾਂਤੀ ਪ੍ਰਾਪਤੀ ਹੋ ਗਈ, ਇਹ ਪੁੱਤਰ ਮਿਲ ਗਿਆ ਗਿਆਨ ਰੂਪੀ, ਤੇ ਫਿਰ ਹੁਣ ਇਹਨਾਂ ਦੀ ਕੀ ਲੋੜ ਹੈ? ਗੁਰਮੁਖੇ ਸੱਚ ਕਰਨੀ। ਗੱਲਾਂ ਮੇਰੀਆਂ ਤਿੱਖੀਆਂ ਨੇ, ਬੁਰੀਆਂ ਵੀ ਲੱਗਦੀਆਂ ਹੋਣਗੀਆਂ, ਪਰ ਹੈ ਸੱਚੀਆਂ, ਇਹ ਮੇਰਾ ਦਾਵਾ ਹੈ। ਤੇ ਸੱਚੀਆਂ ਕਿਹਨੂੰ ਲੱਗਦੀਆਂ ਨੇ? ਜਿਹੜਾ ਇਸ ਪਾਸੇ ਤੁਰ ਕੇ ਇੱਥੇ ਤੱਕ ਪਹੁੰਚ ਗਿਆ, ਉਹਦੇ ਲਈ ਮੈਂ ਠੀਕ ਹਾਂ, ਦੂਜਿਆਂ ਸਾਰਿਆਂ ਦੇ ਲਈ ਮੈਂ ਗਲਤ ਹਾਂ। ਬਾਕੀ ਸਭ ਨੇ ਜਿਹੜੇ ਉਹ ਮੈਨੂੰ ਗਲਤ ਆਖਣਗੇ ਵੀ ਗਲਤ ਪ੍ਰਚਾਰ ਕਰਦਾ, ਗਲਤ ਤੇ ਬੰਦਾ, ਇਹ ਠੀਕ ਨਹੀਂ। ਸੰਤ ਮਸਕੀਨ ਸਿੰਘ ਜੀ ਨੂੰ ਕਿਸੇ ਨੇ ਨਾਸਤਕ ਆਖ ਦਿੱਤਾ ਸੀ। ਸੰਤ ਮਸਕੀਨ ਜੀ ਆਪਣੇ ਸਮੇਂ ਦੇ ਸੰਤ ਹੋਏ ਨੇ ਤੇ ਉਹਨਾਂ ਨੇ ਪਹਿਲੂ ਕਹਿਤਾ ਸੀ ਸਾਡਾ ਸਮਾਂ ਸਮਾਪਤ ਹੋ ਗਿਆ। ਹੁਣ ਸਮਝਣ ਵਾਲੇ ਸਮਝ ਗਏ ਸਨ, ਜਿਹੜੇ ਨਹੀਂ ਸਨ ਸਮਝੇ ਉਹ ਨਹੀਂ ਸਨ ਸਮਝੇ। ਆਖਰੀ ਕਥਾ ਕੀਤੀ ਤੇ ਹੱਥ ਜੋੜ ਕੇ ਕਹਿੰਦੇ ਸਾਡਾ ਸਮਾਂ ਸਮਾਪਤ ਹੋ ਗਿਆ ਭਾਈ, ਤੇ ਫਿਰ ਚਾਲੇ ਪਾ ਗਏ ਸਨ।
ਲਾਵਾਂ ਦੀ ਕਥਾ ਆਖਰੀ ਕਥਾ ਕੀਤੀ ਸੀ ਉਹਨਾਂ ਨੇ। ਹੁਣ ਜਿਹਨੂੰ ਇਹ ਪਤਾ ਵੀ ਮੈਂ ਅੱਜ ਮਰ ਜਾਣਾ, ਇਹ ਤੋਂ ਬਾਅਦ ਕਥਾ ਤੋਂ ਬਾਅਦ ਮੈਂ ਸਰੀਰ ਛੱਡ ਦੇਣਾ, ਫਿਰ ਆਪਾਂ ਉਹਨੂੰ ਸੰਤ ਤਾਂ ਆਖ ਹੀ ਸਕਦੇ ਹਾਂ ਨਾ, ਜਿਹਨੂੰ ਆਪਣੀ ਮੌਤ ਦਾ ਵੀ ਪਤਾ ਹੈ। ਤੇ ਉਹਨੂੰ ਕਿਸੇ ਨੇ ਕਹਿ ਦਿੱਤਾ ਸੀ ਤੁਸੀਂ ਤਾਂ ਨਾਸਤਕ ਹੋ। ਤੇ ਸੰਤ ਜੀ ਨੂੰ ਫਿਰ ਕਿਸੇ ਨੇ ਸਵਾਲ ਕੀਤਾ ਜੀ ਤੁਹਾਨੂੰ ਉਹਨੇ ਨਾਸਤਕ ਆਖੇ? ਕਹਿੰਦਾ ਉਹਨੇ ਨਾਸਤਕ ਆਖਣੇ ਜਵਾਕ ਪਹਿਲੀ ਦਾ ਸੀ ਤੇ ਕਿਤਾਬ ਮੈਂ 10ਵੀਂ ਦੀ ਉਹਦੇ ਅੱਗੇ ਰੱਖ ਦਿੱਤੀ ਤੇ ਉਹਨੇ ਤੇ ਫਿਰ ਮੈਨੂੰ ਨਾਸਤਕ ਆਖਣੀ ਸੀ ਵੀ ਇਹਨੂੰ ਪਤਾ ਹੀ ਨਹੀਂ ਵੀ ਮੈਨੂੰ ਪੜ੍ਹਨਾ ਤਾਂ ਪਹਿਲੀ ਦਾ ਕਾਇਦਾ ਨਹੀਂ ਹੁੰਦਾ ਤੇ 10ਵੀਂ ਦੀ ਕਿਤਾਬ ਮੈਂ ਕਿੱਥੋਂ ਪੜ੍ਹਾਂਗਾ, ਉਹਨੂੰ ਆਪਾਂ ਮਾਸਟਰ ਥੋੜ੍ਹੀ ਆਖਾਂਗੇ। ਜਦੋਂ ਬੱਚੇ ਨੇ ਆ ਮੇਰੇ ਕੋਲ ਬੈਠੇ ਨੇ, ਇਹਨਾਂ ਨੂੰ ਅਜੇ ਕਾਇਦੇ ਦੇ ਉੱਤੇ ਰੱਖਿਆ ਹੋਇਆ, ਕਾਇਦੇ ਦੇ ਅੱਖਰ ਜੋੜ ਕੇ ਪੜ੍ਹਨੇ ਹੁੰਦੇ ਨੇ। ਤੇ ਜੇ ਮੈਂ ਇਹਨਾਂ ਨੂੰ ਪੋਥੀ ਦੇ ਦਿਆਂ ਤੇ ਆਖਣਗੇ ਗਿਆਨੀ ਜੀ ਕਰਦੇ ਕੀ ਨੇ, ਜੇ ਤਾਂ ਸਾਨੂੰ ਲਗ ਮਾਤਰਾ ਵੀ ਸਹੀ ਤਰ੍ਹਾਂ ਨਹੀਂ ਉਚਾਰਨ ਆਈਆਂ। ਤੇ ਫਿਰ ਨਾਸਤਕ ਆਖਣਾ ਜਿਹੜਾ ਉਹ ਬਣਦਾ ਹੈ। ਗੁਰਮੁਖੇ ਸੱਚ ਕਰਨੀ ਸਾਰੀ, ਇਹ ਗੁਰਮੁਖਾਂ ਦੀ ਜਿਹੜੀ ਕਰਨੀ ਹੈ ਨਾ ਫਿਰ ਸੱਚ ਦੇ ਨਾਲ ਜੁੜ ਜਾਂਦੀ। ਜੋ ਵੀ ਕਰਦੇ ਨੇ ਉਹ ਸੱਚੇ। ਬਿਨਸੇ ਭਰਮ ਪੈ ਝੂਠਾ ਰਾਮ, ਇਹ ਜਿਹੜੇ ਭਰਮ ਤੇ ਪਏ ਨੇ ਨਾ ਤੇ ਝੂਠੇ, ਇਹ ਸਾਰੇ ਨਾਸ ਹੋ ਜਾਂਦੇ ਹਨ ਜੀ। ਅਨਹਦ ਬਾਣੀ ਗੁਰਮੁਖ ਬਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਅਨਹਦ, ਇਸ ਦੀ ਹੱਦ ਕੋਈ ਨਹੀਂ। ਦਾਸ ਨੇ ਪਹਿਲੂ ਕਹਿ ਦਿੱਤਾ ਸੀ, ਪਿੱਛੇ ਸ਼ਬਦ ਆਇਆ ਸੀ ਪ੍ਰਭ ਕੀ ਊਤਮ ਬਾਣੀ। ਪ੍ਰਭ ਕੀ ਊਤਮ ਬਾਣੀ, ਇਹ ਉਹ ਬਾਣੀ ਹੈ ਜਿਹੜੀ ਗੁਰਮੁਖਾਂ ਦੇ ਅੰਦਰ ਚੱਲ ਰਹੀ ਹੈ, ਜਿਹੜੀ ਗੁਰਮੁਖਾਂ ਦੇ ਅੰਦਰ ਵੱਜ ਰਹੀ ਹੈ। ਇੱਥੇ ਫਿਰ ਬਾਣੀ ਦਾ ਅਰਥ ਉਹੀ ਹੈ। ਅਨਹਦ ਬਾਣੀ, ਇਹ ਉਹ ਸ਼ਬਦ ਹੈ, ਉਹ ਬਾਣੀ ਹੈ ਜਿੰਦੀ ਹੱਦ ਕੋਈ ਨਹੀਂ। ਗੁਰਮੁਖ ਵਖਾਣੀ, ਇਹ ਜਿਹੜੀ ਵਖਿਆਨ ਹੈ ਨਾ ਇਹ ਗੁਰਮੁਖ ਨੂੰ ਗੁਰਮੁਖ ਹੀ ਕਰ ਸਕਦਾ ਹੈ। ਬ੍ਰਹਮ ਕੀ ਸੁਖਮਨੀ ਸਾਹਿਬ ਦੇ ਅੰਦਰ ਆਉਂਦਾ ਹੈ, ਬ੍ਰਹਮ ਕੀ ਗਤ ਬ੍ਰਹਮ ਗਿਆਨੀ ਜਾਣੇ। ਮੈਨੂੰ ਥੋੜਾ ਜਿਹਾ ਸ਼ਬਦ ਵਿਸਰ ਗਿਆ ਪਰ ਉੱਥੇ ਮਤਲਬ ਇਹੀ ਹੈ, ਸਾਧ ਨੇ ਜਿਹੜਾ ਉਹ ਸਾਧ ਨੂੰ ਸਮਝੇਗਾ, ਗਿਆਨੀ ਹੈ ਜਿਹੜਾ ਉਹ ਗਿਆਨੀ ਨੂੰ ਸਮਝੇਗਾ, ਬ੍ਰਹਮ ਗਿਆਨੀ ਜਿਹੜਾ ਉਹ ਬ੍ਰਹਮ ਗਿਆਨੀ ਨੂੰ ਸਮਝੇਗਾ, ਸੰਤ ਹੈ ਜਿਹੜਾ ਉਹ ਸੰਤ ਨੂੰ ਸਮਝੇਗਾ, ਦੂਜੇ ਨੂੰ ਪਤਾ ਨਹੀਂ ਆਏਗਾ। ਅਨਹਦ ਬਾਣੀ ਗੁਰਮੁਖ ਵਖਾਣੀ, ਇਹਦੀ ਸਮਝ ਜਿਹੜੀ ਗੁਰਮੁਖਾਂ ਨੂੰ ਆਏਗੀ, ਗੁਰਮੁਖੀ ਇਹ ਗੁਰਮੁਖ ਦੇ ਨਾਲ ਵਖਿਆਨ ਕਰਨਗੇ। ਇਹ ਬਾਣੀ ਦੀ ਹੱਦ ਕੋਈ ਨਹੀਂ। ਜਸ ਸੁਣ ਸੁਣ ਮਨ ਤਨ ਹਰਿਆ, ਇਹ ਜਸ ਹੈ ਉਸ ਪ੍ਰਭੂ ਪਰਮਾਤਮਾ ਦਾ। ਜਿਵੇਂ ਜਿਵੇਂ ਅਸੀਂ ਇਹਨੂੰ ਸੁਣਦੇ ਹਾਂ ਤੇ ਉਵੇਂ ਉਵੇਂ ਮਨ ਜਿਹੜਾ ਹੈ ਨਾ ਇਹ ਹਰਿਆ ਹੁੰਦਾ ਹੈ ਜੀ। ਸਰਬ ਸੁਖਾ ਤੇ ਸਹੀ ਬਣ ਆਏ, ਜੋ ਪ੍ਰਭ ਆਪਣਾ ਕਰਿਆ। ਸਾਰੇ ਸੁੱਖ ਉਹਨਾਂ ਨੂੰ ਬਣ ਕੇ ਆ ਜਾਂਦੇ ਨੇ ਜਿਨ੍ਹਾਂ ਨੇ ਇਹ ਧਾਰਨ ਕਰ ਲਿਆ ਕਿ ਪ੍ਰਭੂ ਪਰਮਾਤਮਾ ਸਾਡਾ। ਇੱਥੋਂ ਚੱਲੇ ਸਨ ਆਪਾਂ, ਧਾਰਨਾ ਕਰਨੀ, ਪਹਿਲੂ ਧਾਰਨ ਕਰਨਾ ਹੈ, ਫਿਰ ਧਿਆਨ ਹੈ ਜਿਹੜਾ ਧਾਰਨ ਕੀਤੇ ਹੋਏ ਸ਼ਬਦ ਦੇ ਵਿੱਚ ਜੋੜਨਾ ਹੈ ਤੇ ਜਦੋਂ ਇਹ ਅੰਤਰਮੁਖ ਅੰਦਰ ਉਤਰ ਗਿਆ ਤੇ ਫਿਰ ਸਮਾਧੀ ਚ ਲੀਨ ਹੋ ਜਾਣਾ ਹੈ। ਸਰਬ ਸੁਖਾ ਤਿਸ ਹੀ ਬਣ ਆਏ, ਇਹ ਸਾਰੇ ਸੁਖ ਆਨੰਦ ਨੇ ਉਹਨੂੰ ਬਣ ਆਏ, ਉਹਦੇ ਵਾਸਤੇ ਬਣੇ ਹੋਏ ਨੇ ਜੋ ਪ੍ਰਭ ਆਪਣਾ ਕਰਿਆ। ਜਿਹੜੇ ਗੁਰਮੁਖ ਪਿਆਰੇ ਨੇ ਰੱਬ ਨੂੰ ਆਪਣਾ ਸਮਝਿਆ ਹੈ ਜੀ। ਘਰ ਮੈਂ ਨਵ ਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ। ਇਹ ਸਰੀਰ ਰੂਪੀ ਘਰ ਦੇ ਵਿੱਚ ਹੀ 9 ਨਿਧੀਆਂ ਦੇ ਭੰਡਾਰੇ ਭਰੇ ਹੋਏ ਨੇ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਨਾ ਰੰਗ ਲਾਗਾ, ਇਹ ਪ੍ਰਾਪਤ ਉਹਨੂੰ ਹੁੰਦੇ ਨੇ ਜਿਹੜੇ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਲੱਗ ਜਾਂਦੇ ਹਨ ਜੀ। ਨਾਨਕ ਜਨ ਪ੍ਰਭ ਕਦੇ ਨ ਬਿਸਰੈ, ਪੂਰਨ ਜਾ ਕੇ ਭਾਗਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਜਿਨ੍ਹਾਂ ਦੇ ਭਾਗ ਪੂਰਨ ਨੇ, ਜਿਨ੍ਹਾਂ ਦੇ ਭਾਗ ਸਫਲ ਹੋ ਗਏ ਨੇ। ਪ੍ਰਭੂ ਪਰਮਾਤਮਾ ਅਕਾਲ ਪੁਰਖ ਵੇ ਉਹਨਾਂ ਨੂੰ ਕਦੇ ਵਿਸਰਦਾ ਨਹੀਂ ਹੈਗਾ। ਉਹਨਾਂ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਸਦੀਵੀ ਅਮਰ ਹੋ ਜਾਂਦਾ, ਚੱਲਦਾ ਰਹਿੰਦਾ ਹੈ, ਅਨਹਦ ਧੁਨ ਵੱਜਦੀ ਰਹਿੰਦੀ ਏ। ਜਿਨ੍ਹਾਂ ਤੇ ਸੱਚੇ ਸਤਿਗੁਰ ਦੀ ਕਿਰਪਾ। ਇਤਨੀ ਕੁ ਸੇਵਾ ਅੱਜ ਦੇ ਲਈ ਸੰਗਤਾਂ ਨੇ ਪ੍ਰਵਾਨ ਕਰਨੀ। 2 ਪੌੜੀਆਂ ਦੀ ਵਿਚਾਰ ਹੋਈ ਏ, 2 ਪੌੜੀਆਂ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ, ਕੱਲ ਨੂੰ ਆਪ ਸੇਵਾ ਲੈ ਲੈਣਗੇ। ਦੇਹੋ ਸੱਜਣ ਆਸੀਸਰੀਆ, ਜੋ ਹੋਵੇ ਸਹਿਬ ਸਿਓ ਮੇਲ। ਘਰ ਮੈਂ